You are listening to the online streaming service from Emmanuel Church, Handsworth, Birmingham, UK. ਗੁੱਡ ਮਾਰਨਿੰਗ ਸਾਰਿਆਂ ਨੂੰ। ਆਓ ਅੱਜ ਰਲ ਕੇ ਇਸ ਦਿਨ ਦੀ ਮੀਟਿੰਗ ਸ਼ੁਰੂ ਕਰਦੇ ਹਾਂ। ਇਸ ਸਮੇਂ ਜੋ ਵੀ ਸਾਡੇ ਨਾਲ ਇਸ ਸਮੇਂ ਜੁੜੇ ਹੋਏ ਆ, ਤੁਹਾਡਾ ਅਸੀਂ ਸਾਰਿਆਂ ਦਾ ਇਮੈਨੂਅਲ ਚਰਚ ਹੈਂਡਸ ਵੱਲੋਂ ਅਸੀਂ ਵੈਲਕਮ ਕਰਦੇ ਹਾਂ। ਅਤੇ ਖਾਸ ਕਰਕੇ ਜੇ ਕੋਈ ਸਾਡੇ ਵਿੱਚ ਪਹਿਲੀ ਵਾਰੀ ਤੁਸੀਂ ਸ਼ਾਮਿਲ ਹੋ ਰਹੇ ਹੋ, ਤੁਹਾਡਾ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਅਸੀਂ ਵੈਲਕਮ ਕਰਦੇ ਹਾਂ। ਅਸੀਂ ਦੇਖਦੇ ਹਾਂ ਕਿ ਹੁਣ ਸਰਦੀਆਂ ਵਿੱਚੋਂ ਅਸੀਂ ਸਪਰਿੰਗ ਵੱਲ ਜਾ ਰਹੇ ਹਾਂ ਕਿ ਮੌਸਮ ਦੀ ਬਦਲਾਅ ਆ ਰਿਹਾ ਮੌਸਮ ਦੇ ਵਿੱਚ। ਅਤੇ ਸਾਡੀ ਆਸ ਆ ਕਿ ਪ੍ਰਭੂ ਸਾਨੂੰ ਇਸ ਮੀਟਿੰਗ ਦੁਆਰਾ ਸਾਡੀਆਂ ਰੂਹਾਂ ਨੂੰ, ਸਾਡੀ ਜ਼ਿੰਦਗੀ ਨੂੰ ਸਾਨੂੰ ਤਾਜ਼ਾ ਕਰਦਾ। ਅਤੇ ਆਓ ਅਸੀਂ ਮੀਟਿੰਗ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਇੱਕ ਬਾਈਬਲ ਵਿੱਚੋਂ ਛੋਟੀ ਜਿਹੀ ਆਇਤ ਪੜ੍ਹਦਾ। ਯਸ਼ਾਯਾ ਨਬੀ ਦੀ ਪੁਸਤਕ ਉਹਦਾ 58ਵਾਂ ਅਧਿਆਏ ਉਹਦੀ 11ਵੀਂ ਆਇਤ। ਯਹੋਵਾ ਤੇਰੀ ਅਗਵਾਈ ਸਦਾ ਕਰਦਾ ਰਹੇਗਾ, ਝੁਲਸਿਆਂ ਥਾਵਾਂ ਵਿੱਚ ਤੇਰੀ ਜਾਨ ਨੂੰ ਤ੍ਰਿਪਤ ਕਰੇਗਾ ਅਤੇ ਤੇਰੀ ਹੱਡੀਆਂ ਨੂੰ ਮਜ਼ਬੂਤ ਕਰੇਗਾ। ਤੂੰ ਸਿੰਜੇ ਹੋਏ ਬਾਂਗ ਜਿਹਾ ਹੋਵੇਗਾ ਅਤੇ ਉਸ ਸੁੰਬ ਜਿਹਾ ਜਿਹਦਾ ਪਾਣੀ ਮੁੱਕਦਾ ਨਹੀਂ। ਤੇਰੇ ਵਿੱਚੋਂ ਦੇ ਪ੍ਰਾਚੀਨ ਥਿਆਂ ਨੂੰ ਉਸਰਨਗੇ। ਅਸੀਂ ਦੇਖਦੇ ਹਾਂ ਕਿ ਇੱਥੇ ਯਸ਼ਾਯਾ ਨਬੀ ਇਸਰਾਇਲ ਨੂੰ ਆਉਣ ਵਾਲੇ ਸਮੇਂ ਬਾਰੇ ਉਹਨਾਂ ਨੂੰ ਦਿਲੋਂ ਤਸੱਲੀ ਦਿੰਦਾ ਕਿ ਕਿਸ ਤਰ੍ਹਾਂ ਪ੍ਰਭੂ ਉਹਨਾਂ ਦੀ ਜਾਨ ਨੂੰ ਤਸੱਲੀ ਦੇਵੇਗਾ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇੱਕ ਮਸੀਹੀ, ਇੱਕ ਵਿਸ਼ਵਾਸੀ ਦੇ ਜੀਵਨ ਵਿੱਚ ਪ੍ਰਭੂ ਆਪਣੇ ਵਚਨਾਂ ਦੁਆਰਾ ਕਿਸ ਤਰ੍ਹਾਂ ਉਹਨਾਂ ਨੂੰ ਉਹਨਾਂ ਦੀ ਰੂਹਾਨੀ ਦੇ ਖੁਰਾਕ ਦਿੰਦਾ। ਅਤੇ ਆਓ ਅਸੀਂ ਇਹਨਾਂ ਆਇਤਾਂ ਨੂੰ ਅਸੀਂ ਧਿਆਨ 'ਚ ਰੱਖਦੇ ਹੋਏ ਅਸੀਂ ਮੀਟਿੰਗ ਵੱਲ ਅੱਗੇ ਵੱਧਦੇ ਹਾਂ। ਅਤੇ ਇਸ ਮੀਟਿੰਗ ਦੇ ਪਹਿਲੇ ਗੀਤ ਵੱਲ ਚੱਲਦੇ ਹਾਂ ਜੋ ਕਿ ਇਸ ਸਕਰੀਨ 'ਤੇ ਆਵੇਗਾ। ਅਤੇ ਅਸੀਂ ਆਓ ਰਲ ਕੇ ਇਸ ਗੀਤ ਨੂੰ ਇਕੱਠੇ ਗਾਈਏ। ਆਓ ਹੁਣ ਪ੍ਰਾਰਥਨਾ ਵਿੱਚ ਆਈਏ। ਜ਼ਮੀਨ ਅਸਮਾਨ ਦੇ ਮਾਲਕ ਪਿਤਾ ਪਰਮੇਸ਼ਵਰ, ਅਸੀਂ ਤੁਹਾਡੀ ਮਹਿਮਾ, ਤੇਰੀ ਬੜਾਈ ਕਰਦੇ ਹਾਂ ਪ੍ਰਭੂ ਜੀ। ਅੱਜ ਦੇ ਦਿਨ ਵਾਸਤੇ ਸਾਨੂੰ ਤੁਸੀਂ ਇਕੱਠੇ ਕੀਤਾ, ਇੱਕ ਮੰਡਲੀ
ਇੱਕ ਦੇਹ ਹੋ ਕੇ ਅਸੀਂ ਤੁਹਾਡੇ ਪ੍ਰਭੂ ਜੀ ਚਰਨਾਂ 'ਚ ਆਉਂਦੇ ਹਾਂ। ਅਸੀਂ ਜਾਣਦੇ ਹਾਂ ਕਿ ਤੁਸੀਂ ਸਾਨੂੰ ਇਸ ਭਾਗੀਦਾਰ ਬਣਾਇਆ, ਅਸੀਂ ਤੁਹਾਡੇ ਚਰਨਾਂ 'ਚ ਆ ਸਕੇ ਪ੍ਰਭੂ ਜੀ। ਸਿਰਫ ਪ੍ਰਭੂ ਜੀ ਤੁਹਾਡੀ ਦਇਆ ਦੇ ਦੁਆਰਾ ਅਸੀਂ ਤੁਹਾਡੇ ਅੱਗੇ ਆਉਂਦੇ ਹਾਂ। ਮੈਂ ਥੈਂਕ ਯੂ ਕਰਦਾ ਪ੍ਰਭੂ ਜੀ ਆਪਣੇ ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦਾ, ਜਿਹਨੇ ਪ੍ਰਭੂ ਜੀ ਸਾਨੂੰ ਆਪਣੀ ਜਾਨ ਦੇ ਕੇ ਸਾਨੂੰ ਬਚਾਇਆ, ਤੁਹਾਡਾ ਸਾਡਾ ਰਿਸ਼ਤਾ ਕੰਮ ਕੀਤਾ ਪ੍ਰਭੂ ਜੀ। ਅਸੀਂ ਤੁਹਾਡੇ ਪਰਿਵਾਰ 'ਚ ਸ਼ਾਮਿਲ ਹਾਂ ਪ੍ਰਭੂ ਜੀ। ਸਾਨੂੰ ਤੁਸੀਂ ਕਿੰਨਾ ਵੱਡਾ ਇਹ ਆਦਰ ਬਖਸ਼ਿਆ ਪਿਤਾ ਪਰਮੇਸ਼ਰ। ਥੈਂਕ ਯੂ ਕਰਦਾ ਪ੍ਰਭੂ ਜੀ ਤੁਹਾਡੇ ਵਚਨਾਂ ਦਾ। ਅਸੀਂ ਦੇਖਦੇ ਹਾਂ ਪ੍ਰਭੂ ਜੀ ਇੱਕ ਵਿਸ਼ਵਾਸੀ ਦੀ ਜਿਹੜੀ ਜਾਨ ਆ ਪ੍ਰਭੂ ਜੀ ਤੁਹਾਡੇ ਵਚਨਾਂ ਦੇ ਦੁਆਰਾ ਤ੍ਰਿਪਤ ਕੀਤੀ ਜਾਂਦੀ ਪਿਤਾ ਜੀ। ਸਾਨੂੰ ਤੁਸੀਂ ਫਿਰ ਤਿਹਾਈ ਨਹੀਂ ਰਹਿਣ ਦਿੰਦੇ। ਥੈਂਕ ਯੂ ਕਰਦਾ ਪ੍ਰਭੂ ਤੁਹਾਡੇ ਵਚਨਾਂ ਦਾ, ਜੋ ਕਿ ਇੱਕ ਜੀਂਦੀ ਪ੍ਰਭੂ ਜੀ ਦੇਹਧਾਰੀ ਤਲਵਾਰ ਹੈ ਪਿਤਾ ਪ੍ਰਭੂ ਸਾਡੇ, ਜੋ ਕਿ ਜਿਉਂਦੇ ਹੋਏ ਸਾਡੇ ਤੁਸੀਂ ਦਿਲਾਂ ਨੂੰ ਕਾਇਲ ਕਰਦੇ ਹੋ, ਸਾਨੂੰ ਤੁਸੀਂ ਬਚਾ ਕੇ ਰੱਖਦੇ ਹੋ ਇਸ ਦੁਨੀਆ ਤੋਂ ਪ੍ਰਭੂ ਜੀ, ਪਾਪ ਤੋਂ ਪਿਤਾ ਪਰਮੇਸ਼ਵਰ। ਮੈਂ ਪ੍ਰਾਰਥਨਾ ਕਰਦਾ ਪ੍ਰਭੂ ਜੀ ਇਸ ਬੀਤੇ ਹਫ਼ਤੇ ਜੋ ਸਾਡੇ ਕੋਲ ਭੁੱਲਾਂ ਚੁੱਕੇ, ਸਾਡੇ ਕੋਲ ਪ੍ਰਭੂ ਜੀ ਪਾਪ ਹੋਏ, ਸਾਰੀ ਮੰਡਲੀ ਵੱਲੋਂ ਪ੍ਰਭੂ ਜੀ ਮੈਂ ਮਾफ़ੀ ਮੰਗਦਾ ਪਿਤਾ ਪਰਮੇਸ਼ਵਰ। ਅਤੇ ਪ੍ਰਾਰਥਨਾ ਕਰਦਾ ਸਾਨੂੰ ਇਸ ਆਉਣ ਵਾਲੇ ਹਫ਼ਤੇ ਵਿੱਚ ਸਾਨੂੰ ਤੁਸੀਂ ਤਕੜਾ ਅਤੇ ਮਜ਼ਬੂਤ ਕਰੋ, ਤਾਂ ਕਿ ਜੋ ਵੀ ਅੱਜ ਅਸੀਂ ਵਚਨ ਸੁਣੀਏ ਪ੍ਰਭੂ ਜੀ, ਸਾਡੇ ਤੋਂ ਆਸੇ ਤੁਸੀਂ ਵਚਨ ਠਹਿਰਾਇਆ ਹੋਇਆ, ਅਸੀਂ ਪ੍ਰਭੂ ਜੀ ਸੁਣੀਏ ਅਤੇ ਆਪਣੇ ਪ੍ਰਭੂ ਜ਼ਿੰਦਗੀਆਂ ਤੁਹਾਡੇ ਹੋਰ ਲਾਗੇ ਹੋ ਕੇ ਚੱਲੀਏ ਪਿਤਾ ਪਰਮੇਸ਼ਰ। ਮੈਂ ਪ੍ਰਾਰਥਨਾ ਕਰਦਾ ਇਸ ਮਾਹੌਲ 'ਤੇ ਜੋ ਇਸ ਦੁਨੀਆ 'ਤੇ ਕੋਵਿਡ ਦਾ ਛਾਇਆ ਹੋਇਆ ਪ੍ਰਭੂ ਜੀ, ਪ੍ਰਾਰਥਨਾ ਕਿ ਵੈਕਸੀਨੇਸ਼ਨ ਜੋ ਪ੍ਰਭੂ ਜੀ ਲੱਗ ਰਹੀ ਹੈ ਲੋਕਾਂ 'ਤੇ, ਇਹ ਕਾਰਗਰ ਹੋਵੇ, ਲੋਕ ਪ੍ਰਭੂ ਜੀ ਬਚਾਏ ਜਾਣ ਇਸ ਬਿਮਾਰੀ ਤੋਂ, ਅਤੇ ਪਤਾ ਕਿ ਪ੍ਰਭੂ ਜੀ ਇਸ ਸਾਰਾ ਮਾਹੌਲ ਠੀਕ ਹੋਵੇ, ਅਸੀਂ ਪ੍ਰਭੂ ਜੀ ਸਾਡੀਆਂ ਜ਼ਿੰਦਗੀਆਂ ਵਾਪਸ ਨੋਰਮਲ ਹੋਣ ਪ੍ਰਭੂ ਜੀ। ਜੋ ਵੀ ਹੁਣ ਇਸ ਸਮੇਂ ਕੋਵਿਡ ਤੋਂ ਬਿਮਾਰ ਆ, ਜੋ ਵੀ ਦੁੱਖਾਂ ਥਣੀ ਜਾ ਰਹੇ ਪ੍ਰਭੂ ਜੀ, ਉਹਨਾਂ ਵਾਸਤੇ ਮੈਂ ਪ੍ਰਾਰਥਨਾ ਕਰਦਾ। ਖਾਸ ਕਰਕੇ ਪ੍ਰਾਰਥਨਾ ਮੇਰੀ ਪ੍ਰਭੂ ਜੀ ਆਂਟੀ ਬਲਵੀਰ ਵਾਸਤੇ ਹੈ, ਜੋ ਕਿ ਕ੍ਰਿਟੀਕਲ ਸਿਚੁਏਸ਼ਨ ਪ੍ਰਭੂ ਜੀ ਉਹ ਠੀਕ ਨਹੀਂ ਹੈਗੇ, ਤੁਸੀਂ ਉਹਨਾਂ ਦੇ ਨਾਲ ਹੋਵੋ ਪਿਤਾ ਪਰਮੇਸ਼ਰ। ਜੋ ਵੀ ਹੁਣ ਸੁੱਖੀ ਜੋ ਕਿ ਧਰਮਪਾਲ ਅੰਕਲ ਦੇ ਫਰੈਂਡ ਆ ਪ੍ਰਭੂ ਜੀ, ਉਹਨਾਂ ਨੇ ਦੋਨੇ ਹੀ ਪੇਰੈਂਟਸ ਦੀ ਮੌਤ ਹੋ ਗਈ ਕੋਵਿਡ ਤੋਂ ਪ੍ਰਭੂ ਜੀ। ਉਹਨਾਂ ਦੇ ਪਰਿਵਾਰ ਵਾਸਤੇ ਤਸੱਲੀ ਅਤੇ ਦੁਆ ਮੰਗਦੇ ਪਿਤਾ ਪਰਮੇਸ਼ਵਰ, ਤੁਸੀਂ ਉਹਨਾਂ ਦੇ ਨਾਲ ਹੋਵੋ। ਪ੍ਰਵੀਨ ਅਤੇ ਜਗਦੇਵ ਅਤੇ ਕੁਲਦੀਪ ਆਂਟੀ ਦੀ ਸਿਸਟਰ ਦੀ ਵਾਸਤੇ ਪ੍ਰਾਰਥਨਾ ਕਰਦੇ ਪ੍ਰਭੂ ਜੀ, ਜੋ ਕਿ ਠੀਕ ਨਹੀਂ, ਤੁਸੀਂ ਪ੍ਰਭੂ ਜੀ ਉਹਨਾਂ ਨੂੰ ਨਾਲ ਉਹਨਾਂ ਨੂੰ ਤੁਸੀਂ ਤਸੱਲੀ ਦਿਓ ਪਿਤਾ ਪਰਮੇਸ਼ਵਰ, ਤਾਂ ਕਿ ਠੀਕ ਹੋਣ ਪ੍ਰਭੂ ਜੀ ਉਹ। ਬਾਕੀ ਜੋ ਹੋਰ ਪ੍ਰਭੂ ਜੀ ਬਿਮਾਰ ਹੈਗੇ ਆ, ਖਾਸ ਕਰਕੇ ਨੀਤੂ ਦੇ ਡੈਡ ਜਿਹੜੇ USA ਵਿੱਚ ਜਿਹੜੇ ਡਿਪਰੈਸ਼ਨ ਤੋਂ ਸਫਰ ਹੈਗੇ ਆ, ਅਤੇ ਪ੍ਰਭੂ ਜੀ ਪ੍ਰਾਰਥਨਾ ਕਰਦੇ ਹਾਂ ਜੋ ਵੀ ਲੋਕ ਪ੍ਰਭੂ ਜੀ ਇਸ ਦਿਮਾਗੀ ਪਰੇਸ਼ਾਨੀ ਵਿੱਚੋਂ ਹੋ ਕੇ ਜਾ ਰਹੇ ਆ, ਜਾਂ ਕਿ ਇਸ ਮਾਹੌਲ ਜੋ ਬਣਿਆ ਹੋਇਆ, ਨਾਲ ਹੋਵੋ, ਸਾਡੇ ਨਾਲ ਹੋਵੋ ਪ੍ਰਭੂ ਜੀ, ਸਾਰਿਆਂ ਨਾਲ ਹੋਵੋ, ਤਾਂ ਕਿ ਪ੍ਰਭੂ ਜੀ ਅਸੀਂ ਤੁਹਾਡੇ ਵਿੱਚ ਹੋ ਕੇ ਇੱਕ ਤਕੜੇ ਅਤੇ ਮਜ਼ਬੂਤ ਹੋਈਏ। ਅਤੇ ਪ੍ਰਭੂ ਜੀ ਮੇਰੀ ਪ੍ਰਾਰਥਨਾ ਕਿ ਜੋ ਦਾ ਵਚਨ ਸਾਡੇ ਵਾਸਤੇ ਤੁਸੀਂ ਠਹਿਰਾਇਆ ਹੈ ਪ੍ਰਭੂ ਜੀ, ਸਾਨੂੰ ਸੁਣਨ ਵਾਲੇ ਕੰਨ ਦਿਓ, ਸਾਨੂੰ ਤੁਸੀਂ ਮੰਨ ਦਿਓ ਪ੍ਰਭੂ ਜੀ, ਅਸੀਂ ਤੁਹਾਡਾ ਵਚਨ ਸੁਣੀਏ ਤੁਹਾਡੇ ਵਿੱਚ ਪ੍ਰਭੂ ਜੀ, ਅਸੀਂ ਹੋਰ ਤਕੜੇ ਅਤੇ ਮਜ਼ਬੂਤ ਹੋਈਏ ਪਿਤਾ ਪਰਮੇਸ਼ਰ। ਪ੍ਰਭੂ ਜੀ ਬਾਕੀ ਪ੍ਰਾਰਥਨਾ ਇਸ ਮੰਡਲੀ ਦੇ ਕੀ ਵਰਕਰਸ ਵਾਸਤੇ ਮੀਟਿੰਗਾਂ ਜਿਹੜੀਆਂ ਹੁੰਦੀਆਂ ਹਫ਼ਤੇ ਦੀਆਂ ਤੁਹਾਡੇ ਹੱਥਾਂ ਵਿੱਚ ਦਿੰਦੇ ਹਾਂ, ਅਤੇ ਪ੍ਰਭੂ ਜੀ ਸਾਰਾ ਕੁਛ ਜੋ ਵੀ ਜਿਹੜੇ ਆਗੂ ਇੱਥੇ ਅੱਗੇ ਹੋ ਕੇ ਕਰਦੇ ਆ, ਤੁਸੀਂ ਉਹਨਾਂ ਨੂੰ ਨਾਲ ਹੋਵੋ, ਸੁਰੱਖਿਆ ਤੁਸੀਂ ਦਿਓ ਪ੍ਰਭੂ ਜੀ ਉਹਨਾਂ ਨੂੰ, ਖਾਸ ਕਰਕੇ ਇਹਨਾਂ ਸਮਿਆਂ ਵਿੱਚ ਹੋ ਕੇ ਪ੍ਰਭੂ ਜੀ। ਇਹ ਸਾਰਾ ਕੁਛ ਤੁਹਾਡੇ ਬੇਟੇ ਪ੍ਰਭੂ ਯਿਸੂ ਮਸੀਹ ਦੇ ਨਾਮ ਮੰਗਦਾ, ਆਮੀਨ। ਆਓ ਹੁਣ ਇਸ ਹਫ਼ਤੇ ਨੋਟਿਸ ਵੱਲ ਚੱਲਦੇ ਹਾਂ, ਜੋ ਕਿ ਇਸ ਤਰ੍ਹਾਂ ਹਨ। ਅੱਜ ਸ਼ਾਮ ਦੀ ਮੀਟਿੰਗ ਹੋਵੇਗੀ ਇਸ ਮੰਡਲੀ ਵਿੱਚ, ਇਸ ਬਿਲਡਿੰਗ ਵਿੱਚ। ਜਿਸ ਤਰ੍ਹਾਂ ਅਸੀਂ ਹਰ ਹਫ਼ਤੇ ਦੱਸਦੇ ਆ ਰਹੇ ਹਾਂ ਕਿ ਸਾਨੂੰ ਸਾਡੀ ਜਿਹੜੀਆਂ ਰਿਸਟ੍ਰਿਕਸ਼ਨਸ ਲੱਗੀਆਂ ਹੋਈਆਂ, ਸਾਨੂੰ ਮਾਸਕ ਪਾਉਣੇ ਪੈਂਦੇ, ਅਤੇ ਥੋੜ੍ਹਾ ਜਿਹਾ ਤੁਸੀਂ ਸਮਾਂ ਕੱਢ ਕੇ ਪਹਿਲਾਂ ਆਓ, ਤਾਂ ਕਿ ਇੱਥੇ ਬਾਹਰ ਲੌਗ ਬੁੱਕ ਰੱਖੀ ਹੋਈ ਆ, ਨਾ ਸਾਰਿਆਂ ਦੇ ਨੋਟ ਕੀਤੇ ਜਾਂਦੇ ਆ। ਪਰ ਜਿਹੜੇ ਨਹੀਂ ਆ ਸਕਦੇ, ਤੁਸੀਂ ਘਰਾਂ 'ਚ ਬੈਠੇ ਜ਼ੂਮ ਦੇ ਦੁਆਰਾ ਇਹ ਮੀਟਿੰਗ ਵਿੱਚ ਤੁਸੀਂ ਸ਼ਾਮਿਲ ਹੋ ਸਕਦੇ ਹੋ। ਅਤੇ ਟਿਊਜ਼ਡੇ ਵਾਲੇ ਦਿਨ ਸ਼ਾਮੀ 7 ਵਜੇ ਪ੍ਰੀ ਮੀਟਿੰਗ ਹੋਵੇਗੀ ਇੰਗਲਿਸ਼ ਅਤੇ ਪੰਜਾਬੀ ਸਪੀਕਰਸ ਵਾਸਤੇ, ਕਿਉਂਕਿ ਜਿਹੜੀ ਵੈਨਸਡੇ ਵਾਲੇ ਦਿਨ AGM ਮੀਟਿੰਗ ਹੋਵੇਗੀ ਜਿਹੜੇ ਇਸ ਚਰਚ ਦੇ ਮੈਂਬਰਸ ਹਨ। ਸੈਟਰਡੇ 11 ਵਜੇ ਸੰਡੇ ਸਕੂਲ ਹੋਵੇਗਾ, ਅਤੇ ਮਾਪਿਆਂ ਨੂੰ ਅਸੀਂ ਰਿਕੁਐਸਟ ਕਰਦੇ ਹਾਂ ਤੁਸੀਂ ਆਪਣੇ ਬੱਚੇ ਇਸ ਸੰਡੇ ਸਕੂਲ 'ਚ ਲੈ ਕੇ ਆਵੋ। ਅਤੇ 11 ਵਜੇ ਅਗਲੇ ਸੰਡੇ ਇਸੇ ਤਰ੍ਹਾਂ ਔਨਲਾਈਨ ਮੀਟਿੰਗ ਹੋਵੇਗੀ, ਅਤੇ ਸ਼ਾਮੀ 5 ਵਜੇ ਫਿਰ ਇਸ ਬਿਲਡਿੰਗ ਵਿੱਚ ਅਸੀਂ ਇਕੱਠੇ ਹੋਵਾਂਗੇ। ਅਤੇ ਅੱਜ ਦਾ ਜੋ ਵਚਨ ਲਿਆ ਗਿਆ ਹੈ ਉਹ ਮੈਂ ਬਾਈਬਲ 'ਚੋਂ ਪੜ੍ਹਾਂ ਗਿਆ। ਅੱਜ ਦਾ ਵਚਨ ਲਿਆ ਗਿਆ ਹੈ ਲੂਕਾ ਦੀ ਕਿਤਾਬ
ਉਹਦੀ 14ਵਾਂ ਅਧਿਆਇ 25 ਤੋਂ 33 ਆਇਤ ਤੱਕ। ਸੋ ਲੂਕਾ ਦੀ ਕਿਤਾਬ 14ਵਾਂ ਅਧਿਆਇ 25 ਤੋਂ 33 ਆਇਤ। ਵੱਡੀ ਭੀੜ ਯੀਸ਼ੂ ਦੇ ਨਾਲ ਚੱਲੀ ਜਾਂਦੀ ਸੀ ਅਤੇ ਉਸ ਨੇ ਮੁੜ ਕੇ ਉਹਨਾਂ ਨੂੰ ਆਖਿਆ, ਜੇ ਕੋਈ ਮੇਰੇ ਕੋਲ ਆਵੇ ਔਰ ਆਪਣੇ ਪਿਓ ਅਤੇ ਮਾਂ ਅਤੇ ਤੀਵੀ ਅਤੇ ਬਾਲ ਬੱਚਿਆਂ ਅਤੇ ਭਾਈਆਂ ਅਤੇ ਭੈਣਾਂ ਨਾਲ ਸਗੋਂ ਆਪਣੀ ਜਾਨ ਨਾਲ ਵੀ ਵੈਰ ਨਾ ਰੱਖੇ ਤਾਂ ਉਹ ਮੇਰਾ ਚੇਲਾ ਨਹੀਂ ਹੋ ਸਕਦਾ। ਜੋ ਕੋਈ ਆਪਣੀ ਸਲੀਬ ਚੁੱਕੇ ਮੇਰੇ ਮਗਰ ਨਾ ਆਵੇ ਮੇਰਾ ਚੇਲਾ ਨਹੀਂ ਹੋ ਸਕਦਾ। ਤੁਹਾਡੇ ਵਿੱਚੋਂ ਕੌਣ ਹੈ ਜਿਹਦੀ ਬੁਰਜ ਬਣਾਉਣ ਦੀ ਦਲੀਲ ਹੋਵੇ ਤਾਂ ਪਹਿਲਾਂ ਬੈਠ ਕੇ ਖਰਚਾ ਲੇਖਾ ਨਾ ਕਰੇ, ਪਰ ਮੇਰੇ ਕੋਲ ਉਹਦੇ ਪੂਰਾ ਕਰਨ ਯੋਗ ਹੈ ਕਿ ਨਹੀਂ। ਕਿਤੇ ਇਹੋ ਨਾ ਹੋਵੇ ਕਿ ਜਾਂ ਉਸਨੇ ਨਿਊ ਰੱਖੀ ਔਰ ਪੂਰਾ ਨਾ ਕਰ ਸਕਿਆ ਤਾਂ ਸਭ ਵੇਖਣ ਵਾਲੇ ਇਹ ਕਹਿ ਕੇ ਉਸ ਉੱਤੇ ਹੱਸਣ ਲੱਗ ਪੈਣ ਕਿ ਇਹ ਮਨੁੱਖ ਮਕਾਨ ਬਣਾਉਣ ਲੱਗਾ ਪਰ ਪੂਰਾ ਨਾ ਕਰ ਸਕਿਆ। ਜਾਂ ਕਿਹੜਾ ਰਾਜਾ ਹੈ ਕਿ ਜਾਂ ਦੂਏ ਰਾਜੇ ਨਾਲ ਲੜਨ ਲਈ ਨਿਕਲੇ ਤਾਂ ਪਹਿਲਾਂ ਬੈਠ ਕੇ ਸਲਾਹ ਨਾ ਕਰੇ, ਭਾਈ ਕੀ ਮੈਂ 10,000 ਨਾਲ ਉਸ ਦਾ ਸਾਹਮਣਾ ਕਰ ਸਕਦਾ ਹਾਂ ਜਿਹਦੇ 20,000 ਨਾਲ ਮੇਰੇ ਉੱਤੇ ਚੜ੍ਹਾਈ ਕੀਤੀ ਹੈ। ਜੇ ਨਹੀਂ ਤਾਂ ਦੂਏ ਦੇ ਅਜੇ ਦਰ ਹੁੰਦਿਆਂ ਉਸ ਵਕੀਲ ਘੱਲ ਕੇ ਮੇਲ ਮਿਲਾਪ ਦੀਆਂ ਸ਼ਰਤਾਂ ਪੁੱਛਦਾ ਹੈ। ਸੋ ਇਸੇ ਤਰ੍ਹਾਂ ਤੁਹਾਡੇ ਵਿੱਚੋਂ ਹਰੇਕ ਜੋ ਆਪਣਾ ਸਭ ਕੁਝ ਨਾ ਤਿਆਗੇ ਉਹ ਮੇਰਾ ਚੇਲਾ ਨਹੀਂ ਹੋ ਸਕਦਾ। ਆਮੀਨ। ਸੋ ਆਓ ਇਸ ਤੋਂ ਪਹਿਲਾਂ ਕਿ ਭਾਈ ਸਾਡੇ ਅੱਗੇ ਵਚਨ ਲੈ ਕੇ ਆਵੇ, ਅਸੀਂ ਇਸ ਮੀਟਿੰਗ ਦੇ ਅਗਲੇ ਗੀਤ ਵੱਲ ਚੱਲਦੇ ਹਾਂ ਜੋ ਕਿ ਇਸ ਸਕਰੀਨ 'ਤੇ ਆਵੇਗਾ। ਸੋ ਆਓ ਰਲ ਕੇ ਇਸ ਗੀਤ ਨੂੰ ਘਰ 'ਚ ਬੈਠੇ ਅਸੀਂ ਗਾਈਏ। God willing, we'll be starting a new series from next week. ਪ੍ਰਭੂ ਦੀ ਮਰਜ਼ੀ ਹੋਈ ਅਸੀਂ ਅਗਲੇ ਹਫਤੇ ਤੋਂ ਨਵਾਂ ਮਜ਼ਮੂਨ ਸ਼ੁਰੂ ਕਰਾਂਗੇ। But over the last two occasions, I've tried to bring a word of encouragement to you. ਪਿਛਲੇ 2 ਦਫਾ ਅਸੀਂ ਹੌਸਲੇ ਵਾਲਾ ਵਚਨ ਸੁਣਾਉਂਦੇ ਰਹੇ ਹੈਗੇ ਤੁਹਾਨੂੰ। As we looked at what Christ is doing in the storm. ਜੋ ਦੇਖਿਆ ਕਿ ਪ੍ਰਭੂ ਯੀਸ਼ੂ ਮਸੀਹ ਕੀ ਕਰ ਰਿਹਾ ਹੈਗਾ ਤੂਫਾਨ ਦੇ ਵਿੱਚ। But this morning I want to bring a word of challenge to us. ਅੱਜ ਸਵੇਰੇ ਅਸੀਂ ਇੱਕ ਚੁਣੌਤੀ ਵਾਲਾ ਵਚਨ ਲੈ ਕੇ ਆਉਣਾ ਹੈਗਾ। Martin Luther, who lived in the 1500s and was instrumental for bringing Christianity out of the darkness of Catholicism and back to the Bible. ਮਾਰਟਿਨ ਲੂਥਰ ਜਿਹੜਾ 15ਵੀਂ ਸਦੀ ਵਿੱਚ ਸੀਗਾ ਉਹ ਕਾਫੀ ਅਹਿਮ ਬੰਦਾ ਸੀਗਾ ਜਿਹਨੇ ਵਿਸ਼ਵਾਸ ਨੂੰ
ਕੈਥੋਲਿਕ ਧਰਮ ਵਿੱਚੋਂ ਬਾਹਰ ਕੱਢ ਕੇ ਲੈ ਕੇ ਆਂਦਾ ਹੈਗਾ। He said this: ਉਹਨੇ ਕਿਹਾ ਇਹ, a religion that gives nothing, costs nothing, and suffers nothing is worth nothing. ਕੋਈ ਵੀ ਧਰਮ ਜਿਹਦੀ ਕੋਈ ਕੀਮਤ ਨਹੀਂ ਚੁਕਾਉਣੀ ਪੈਂਦੀ, ਜਿਹੜਾ ਕੋਈ ਦਿੰਦਾ ਨਹੀਂ ਹੈਗਾ, ਜਿਹਦਾ ਕੋਈ ਫਾਇਦਾ ਨਹੀਂ ਕਿਸੇ ਨੂੰ ਹੁੰਦਾ ਹੈਗਾ, ਉਹ ਵਿਅਰਥ ਧਰਮ ਹੈਗਾ। Now, these were not just sentimental words that he uttered, but this was the experience of his life. ਇਹ ਐਵੇਂ ਜਜ਼ਬਾਤੀ ਲਫ਼ਜ਼ ਨਹੀਂ ਬੋਲੇ ਉਹਨੇ, ਬਲਕਿ ਉਹਨੇ ਆਪਣੀ ਜ਼ਿੰਦਗੀ ਦਾ ਤਜਰਬਾ ਜਿਹੜਾ ਸੀਗਾ ਉਹ ਇਹਨਾਂ ਲਫ਼ਜ਼ਾਂ ਵਿੱਚ ਬਿਆਨ ਕੀਤਾ। Because he suffered tremendously for his faith. ਕਿਉਂਕਿ ਉਹਨੇ ਆਪਣੇ ਵਿਸ਼ਵਾਸ ਦੀ ਖਾਤਰ ਬਹੁਤ ਦੁੱਖ ਉਠਾਇਆ ਸੀਗਾ। Now, this is what is presented in the passage that we read. ਜਿਹੜੀ ਆਇਤ ਅਸੀਂ ਪੜ੍ਹੀਆਂ ਇਹਨਾਂ 'ਚ ਕੀ ਲਿਖਿਆ ਹੈਗਾ? It speaks of the cost of being a disciple of Christ. ਚੇਲਾ ਬਣਨ ਦੀ ਸਾਨੂੰ ਕੀ ਕੀਮਤ ਚੁਕਾਉਣੀ ਪੈਂਦੀ ਆ, It ਉਹ speaks ਲਿਖਿਆ। of commitment to Christ. ਲਗਨ ਜਿਹੜੀ ਹੈਗੀ ਪ੍ਰਭੂ ਦੇ ਨਾਲ। But in general terms, the word commitment is not very popular these days. ਪ੍ਰਾਮ ਤਰੀਕਿਆਂ ਦੇ ਨਾਲ ਜੇ ਸੋਚਿਆ ਜਾਵੇ, ਜਿਹੜੀ ਲਗਨ ਹੈਗੀ ਆ, ਜਿਹੜੇ ਕਿਸੇ ਦੇ ਨਾਲ ਵਾਅਦਾ ਕਰਨੇ ਹੈਗੇ ਆ, ਉਹ ਲਫ਼ਜ਼ ਸੌਖਾ ਨਹੀਂ ਲਿਆ ਜਾਂਦਾ People ਹੈਗਾ। don't like to be committed to anything. ਲੋਕੀ ਨਹੀਂ ਚਾਹੁੰਦੇ ਹੈਗੇ ਕਿ ਕਿਸੇ ਵੀ ਚੀਜ਼ ਦੇ ਵਿੱਚ ਆਪਣੇ ਆਪ ਨੂੰ ਉਹ ਅਰਪਣ ਕਰਨ। People are not committed to their jobs. ਆਪਣੇ ਕੰਮਾਂ ਦੇ ਵਿੱਚ ਉਹਨਾਂ ਦਾ ਦਿਲਚਸਪੀ ਨਹੀਂ ਹੈਗੀ। As soon as an opportunity comes to move to another job, there's no loyalty to the company or no commitment to the company. It's all about making big bucks quickly, not loyalty. ਕਦੇ ਮੌਕਾ ਮਿਲਦਾ ਹੋਰ ਪਾਸੇ ਨੌਕਰੀ ਲੱਭਣ ਦਾ, ਜਿੱਥੇ ਜ਼ਿਆਦਾ ਪੈਸੇ ਮਿਲਦੇ ਹੈਗੇ ਆ, ਕੋਈ ਵੀ ਵਫਾਦਾਰੀ ਨਹੀਂ ਦਿਖਾਉਂਦਾ ਹੈਗਾ। ਜਿੱਥੇ ਪੈਸੇ ਮਿਲਦੇ ਜ਼ਿਆਦਾ, ਜਿੱਥੇ ਚੰਗੀ ਨੌਕਰੀ ਮਿਲਦੀ ਆ, ਅਗਲੇ ਉੱਥੇ ਜਾਂਦੇ ਹੈਗੇ ਆ। ਵਫਾਦਾਰੀ ਨਹੀਂ ਰਹੀ ਮਾਲਕਾਂ ਦੇ ਲਈ। People are not committed to their marriage. As soon as they hit a problem, they start talking about separation or divorce. ਵਿਆਹ ਸ਼ਾਦੀਆਂ ਵਿੱਚ ਵੀ ਕੋਈ ਯਕਸਾਨ ਇਕਤਾ ਨਹੀਂ ਹੈਗੀ। ਕੋਈ ਮਾੜੀ ਮੁਸ਼ਕਿਲ ਆਵੇ ਵਿਆਹ ਦੇ ਵਿੱਚ, ਲੋਕੀ ਕਹਿੰਦੇ ਆ ਮੈਂ ਤਲਾਕ ਦੇ ਦੇਣਾ, ਮੈਂ ਜੁਦਾ ਹੋ ਜਾਣਾ ਹੈਗਾ, ਮੈਂ ਹੋਰ ਕੋਈ ਲੱਭ ਲੈਣਾ ਹੈਗਾ। Commitment to anything is hard to find. ਕਿਸੇ ਚੀਜ਼ ਦੇ ਲਈ ਲਗਨ ਦਿਖਾਉਣੀ ਬਹੁਤ ਔਖੀ ਆ। And this, of course, carries over into people's faith. ਇਹ ਗੱਲ ਵਿਸ਼ਵਾਸ ਦੇ ਵਿੱਚ ਵੀ ਉਛਲ ਕੇ ਆਉਂਦੀ ਹੈਗੀ ਆ। People are not committed to church. ਮੰਡਲੀ ਦੇ ਲਈ ਵੀ ਲੋਕੀ ਲਗਨ ਨਹੀਂ ਦਿਖਾਉਂਦੇ ਹੈਗੇ। They shop around, like shopping in different shopping malls or supermarkets to find which brand suits them. ਜਦੋਂ ਦੁਕਾਨਾਂ ਵਿੱਚ ਜਾ ਕੇ ਸ਼ਾਪਿੰਗ ਕਰਦੇ ਲੱਭਦੇ ਆ ਕਿਹੜੀ ਚੀਜ਼ ਸਸਤੀ ਮਿਲਦੀ ਆ, ਕਿਹੜੀ ਚੀਜ਼ ਫਾਇਦੇ ਵਾਲੀ ਹੈਗੀ ਆ। ਇੱਦਾਂ ਲੋਕੀ ਚਰਚਾਂ ਵਿੱਚ ਜਾ ਕੇ ਵਿਸ਼ਵਾਸ ਕਰਕੇ ਵੀ ਕਰਦੇ If ਹੈਗੇ they ਆ। don't like this thing here, they'll go to that one. They don't like that thing there, they'll go to another one. ਇਹ ਨਹੀਂ ਚੰਗੀ ਲੱਗੀ ਗੱਲ, ਇੱਥੇ ਹੋਰ ਕਿਤੇ ਚਲ ਜਾਓ, ਉੱਥੇ ਜਾ ਕੇ ਉਹ ਨਹੀਂ ਚੀਜ਼ ਚੰਗੀ ਲੱਗੀ, ਹੋਰ ਕਿਤੇ ਚਲ ਜਾਓ। ਇੱਦਾਂ ਹੀ ਕਰਦੇ ਰਹਿੰਦੇ ਆ। People are not committed to prayer. ਪ੍ਰਾਰਥਨਾ ਦੇ ਵਿੱਚ ਵੀ ਲੋਕੀ ਦਿਲਚਸਪੀ ਨਹੀਂ ਲਾਉਂਦੇ ਹੈਗੇ। But people are just do things that are convenient and easy for them as long as it doesn't require work and hard ਲੋਕ effort. ਉਹੀ ਕਰਦੇ ਜੋ ਉਹਨਾਂ ਨੂੰ ਫਾਇਦੇਮੰਦ ਹੋਵੇ, ਜੇ ਤੇ ਥੋੜ੍ਹੀ ਮਿਹਨਤ ਕਰਨੀ ਪਵੇ। ਜੇ ਕਿਤੇ ਮਿਹਨਤ ਕਰਨੀ ਪੈਂਦੀ ਆ, ਉਹ ਪਸੰਦ ਨਹੀਂ ਕਰਦੇ ਹੈਗੇ ਕਿ ਅਸੀਂ ਕੁਝ ਕਰੀਏ। We love a sermon on the storms of life, but we get switched off when it comes to a sermon on commitment. ਅਸੀਂ ਜਦੋਂ ਵਚਨ ਸੁਣਦੇ ਹੈਗੇ ਆ ਤੂਫਾਨ ਦੇ ਬਾਰੇ, ਪ੍ਰਭੂ ਕਿੱਦਾਂ ਤੂਫਾਨ 'ਚ ਮਦਦ ਕਰਦਾ, ਉਹ ਤਾਂ ਸਾਨੂੰ ਚੰਗਾ ਲੱਗਦਾ ਹੈਗਾ। ਪਰ ਜਦੋਂ ਸਾਨੂੰ ਅਸੀਂ ਜਦੋਂ ਵਚਨ ਸੁਣਦੇ ਹੈਗੇ ਆ ਕਿ ਅਸੀਂ ਕਿੱਦਾਂ ਆਪਣੇ ਆਪ ਨੂੰ ਪ੍ਰਭੂ ਦੇ ਲਈ ਅਰਪਣ ਕਰੀਏ, ਕਿੱਦਾਂ ਅਸੀਂ ਲਗਨ ਦਿਖਾ ਲਈਏ ਪ੍ਰਭੂ ਦੇ ਲਈ, ਉਹ ਸਾਨੂੰ ਚੰਗਾ ਨਹੀਂ ਲੱਗਦਾ But the ਹੈਗਾ। Christian life is one of total commitment, ਵਿਸ਼ਵਾਸੀ ਜ਼ਿੰਦਗੀ ਹੈਗੀ ਇੱਕ ਉਹ ਜ਼ਿੰਦਗੀ ਜਿੱਥੇ ਕਿ ਪੂਰਾ ਲਗਾਵ ਹੈਗਾ ਪ੍ਰਭੂ ਦੇ ਨਾਲ, one that is costly. ਜਿਹਦੀ ਕੀਮਤ ਚੁਕਾਉਣੀ ਪੈਂਦੀ ਆ। It's not there to make our lives more comfortable so that we have an easy lifestyle. ਇਹ ਨਹੀਂ ਕਿ ਸਾਡੀ ਜ਼ਿੰਦਗੀਆਂ ਆਰਾਮ ਦੀਆਂ ਹੋਣ ਤਾਂ ਕਿ ਸਾਡੀ ਜ਼ਿੰਦਗੀ ਆਰਾਮ ਨਾਲ ਕੱਟੇ, ਕੋਈ ਸਾਨੂੰ ਦੁੱਖ ਤਕਲੀਫ ਨਾ ਹੋਵੇ। But the Christian life is a life that completely changes our lifestyle. ਵਿਸ਼ਵਾਸੀ ਜ਼ਿੰਦਗੀ ਉਹ ਜ਼ਿੰਦਗੀ ਆ ਜਿਹੜੀ ਬਿਲਕੁਲ ਸਾਨੂੰ ਬਦਲ ਕੇ ਤਬਦੀਲ ਕਰਕੇ ਰੱਖ ਦਿੰਦੀ ਆ। Now, this is what Jesus is warning against in this passage. ਪ੍ਰਭੂ ਯਿਸੂ ਮਸੀਹ ਇਹਨਾਂ ਆਇਤਾਂ ਵਿੱਚ ਇਹੀ ਸਾਨੂੰ ਦੱਸਦੇ ਹੈਗੇ ਆ। He never tried to fool people or give people the wrong impression ਪ੍ਰਭੂ ਨੇ ਕਦੇ ਲੋਕਾਂ ਨੂੰ ਗਲਤ ਸਲਾਹ ਨਹੀਂ ਦਿੱਤੀ ਹੈਗੀ। ਪ੍ਰਭੂ ਨੇ ਕਦੇ ਲੋਕਾਂ ਨੂੰ ਬੇਵਕੂਫ ਨਹੀਂ ਬਣਾਇਆ ਹੈਗਾ of what it means to be a Christian. ਕਿ ਵਿਸ਼ਵਾਸੀ ਬਣਨ ਦਾ ਕੀ ਮਤਲਬ ਹੈਗਾ। No, he's absolutely honest and straight, and he made it clear that being a disciple meant being devoted to him totally. ਪ੍ਰਭੂ ਯਿਸੂ ਮਸੀਹ ਬਿਲਕੁਲ ਸਾਫ਼-ਸਾਫ਼ ਸੱਚਾਈ ਦੇ ਨਾਲ ਗੱਲ ਦੱਸਦੇ ਹੈਗੇ ਚੇਲਿਆਂ ਨੂੰ ਕਿ ਜੇ ਤੁਸੀਂ ਮੇਰਾ ਚੇਲਾ ਬਣਨਾ ਹੈਗਾ ਤੇ ਤੁਹਾਨੂੰ ਕੀਮਤ ਚੁਕਾਉਣੀ ਪੈਣੀ ਆ। ਪ੍ਰਭੂ ਨੇ ਕਦੇ ਕੋਈ ਗੱਲ ਲੁਕੋ ਕੇ ਨਹੀਂ ਰੱਖੀ। And it means a total change of direction in your life. ਤੁਹਾਡੀ ਜ਼ਿੰਦਗੀ ਦਾ ਜਿਹੜਾ ਰਸਤਾ ਹੈਗਾ ਉਹ ਬਿਲਕੁਲ ਬਦਲ ਕੇ ਰੱਖ ਜਾਂਦਾ ਹੈਗਾ। And it'll revolutionize your life.
ਤੁਹਾਡੀ ਜ਼ਿੰਦਗੀ ਤਬਦੀਲ ਹੋ ਜਾਊਗੀ, It'll change your character, ਤੁਹਾਡਾ ਸੁਭਾਅ ਬਦਲ ਜਾਊਗਾ, and it may cause you problems. ਹੋ ਸਕਦਾ ਤੁਹਾਨੂੰ ਮੁਸ਼ਕਿਲਾਂ ਵੀ ਆਉਣ ਗਾਂ ਜਾ ਕੇ। So let's look at this passage. ਦੇਖੀਏ ਅਸੀਂ ਆਇਤਾਂ ਨੂੰ। Jesus here is traveling in Luke chapter 14, traveling slowly on a journey to Jerusalem. ਲੂਕਾ 14 ਵਿੱਚ ਪ੍ਰਭੂ ਯੀਸ਼ੂ ਮਸੀਹ ਹੌਲੀ ਹੌਲੀ ਸਫ਼ਰ ਤੇ ਜਾ ਰਹੇ ਹੈਗੇ ਆ ਯਰੂਸ਼ਲਮ ਨੂੰ। And verse 25 tells us that great multitudes went with him. 25 ਚ ਕੀ ਲਿਖਿਆ ਕਿ ਜਿਹੜੀ ਬਹੁਤ ਭੀੜ ਸੀਗੀ ਉਹ ਵੀ ਪ੍ਰਭੂ ਦੇ ਨਾਲ ਸੀਗੇ। Now look at what Jesus does. ਦੇਖੋ ਕਿ ਪ੍ਰਭੂ ਕੀ It ਕਰਦੇ ਆ। says in verse 25, it says, and he turned and said to them. जब बहुत से लोग उसके साथ जा रहे थे तो उसने फिर कर उनसे कहा। Jesus confronts a large crowd ਪ੍ਰਭੂ ਨੇ ਫਿਰ ਕੇ ਭੀੜ ਵੱਲ ਮੂੰਹ ਕਰਕੇ ਉਹਨਾਂ ਨੂੰ ਕਿਹਾ, because he was aware of the fact that there were maybe people in a crowd that were following him for the wrong reason. ਪ੍ਰਭੂ ਨੂੰ ਪਤਾ ਹੈ ਕਿ ਭੀੜ ਵਿੱਚ ਉਹ ਵੀ ਲੋਕ ਹੋਣੇ ਆ ਜਿਹੜੇ ਗਲਤ ਮਕਸਦ ਦੇ ਲਈ ਗਲਤ ਗੱਲ ਦੇ ਲਈ ਪ੍ਰਭੂ ਦੇ ਮਗਰ ਚੱਲਦੇ ਸੀਗੇ। Maybe some were just curious and caught up with his popularity. ਹੋ ਸਕਦਾ ਕੁਝ ਲੋਕ ਸ਼ੱਕੀ ਹੋਣ, ਉਹ ਸੋਚਦੇ ਸੀਗੇ ਕਿ ਪ੍ਰਭੂ ਤਾਂ ਬੜਾ ਮਸ਼ਹੂਰ ਹੈਗਾ, ਅਸੀਂ ਇਹਦੇ ਨਾਲ ਰਵਾਂਗੇ। Maybe others followed him because of his miracles. ਹੋ ਸਕਦਾ ਕੁਝ ਲੋਕੀ ਪ੍ਰਭੂ ਦੇ ਨਾਲ ਚੱਲਦੇ ਸੀਗੇ ਉਹਦੇ ਮੌਜਜ਼ਾਂ ਕਰਕੇ। Maybe others were interested in his teaching. ਕਈਆਂ ਨੂੰ ਹੋ ਸਕਦਾ ਕੋਈ ਉਹਦੀ ਸਿੱਖਿਆ ਦੇ ਬਾਰੇ ਸ਼ੌਕ ਹੋਵੇ। But they had not really thought through the implications of the cost of being a true disciple. ਉਹਨਾਂ ਨੇ ਬੈਠ ਕੇ ਸੋਚਿਆ ਨਹੀਂ ਸੀਗਾ, ਉਹਨਾਂ ਨੇ ਬੈਠ ਕੇ ਹਿਸਾਬ ਨਹੀਂ ਲਗਾਇਆ ਸੀਗਾ ਕਿ ਸੱਚਾ ਚੇਲਾ ਬਣਨ ਦੀ ਕੀਮਤ ਕੀ ਚੁਕਾਉਣੀ ਪੈਂਦੀ ਆ। Never really thought of the rigors of discipleship. ਉਹਨਾਂ ਨੇ ਕਦੇ ਨਹੀਂ ਸੋਚਿਆ ਕਿ ਚੇਲਾ ਬਣਨ ਦੇ ਲਈ ਕਿੰਨੀ ਸਖਤਾਈ ਹੈਗੀ ਆ। And what Jesus says here would have shocked them. ਔਰ ਜੋ ਪ੍ਰਭੂ ਨੇ ਕਿਹਾ ਉਹਨਾਂ ਨੂੰ ਉਹਦੇ ਕਰਕੇ ਜ਼ਰੂਰ ਉਹ ਚੌਂਕ ਕੇ ਹੋਣੇ ਆ। Jesus is not putting them off the gospel. ਪ੍ਰਭੂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਇੰਜੀਲ ਦੇ ਮਗਰ ਨਾ ਚੱਲੋ। We must never deliberately put people off. ਕਦੇ ਵੀ ਜਾਣ ਬੁੱਝ ਕੇ ਕਿਸੇ ਨੂੰ ਪ੍ਰਭੂ ਦੇ ਵਚਨ ਦੇ ਮਗਰ ਚੱਲਣ ਤੋਂ ਨਾ ਟਾਲੋ। Coming to Christ is the greatest thing in the world. ਸਭ ਤੋਂ ਵੱਡੀ ਚੀਜ਼ ਕੀ ਹੈ ਕਿ ਦੁਨੀਆ ਵਿੱਚ ਪ੍ਰਭੂ ਯੀਸ਼ੂ ਮਸੀਹ ਦੇ ਕੋਲ ਆ ਕੇ ਉਹਦੇ ਮਗਰ ਚੱਲਣਾ। To know that your sins are forgiven. ਜਾਣਨਾ ਕਿ ਤੁਹਾਡੇ ਪਾਪ ਮਾਫ ਹੋ ਗਏ ਆ। To know that God has adopted you into his family. ਜਾਣਨਾ ਕਿ ਪ੍ਰਭੂ ਨੇ ਤੁਹਾਨੂੰ ਆਪਣੇ ਪਰਿਵਾਰ ਦੇ ਵਿੱਚ ਹਿੱਸਾ ਬਣਾ ਲਿਆ ਹੈਗਾ। To know that you have eternal life. ਜਾਣਨਾ ਕਿ ਇਸ ਅਨੰਤ ਜੀਵਨ ਤੁਹਾਡਾ ਹੈਗਾ। To be reconciled to God. ਪਰਮੇਸ਼ਰ ਦੇ ਨਾਲ ਮਿਲਾਪ ਹੋ ਗਿਆ। To know him ਉਹਨੂੰ ਜਾਣਨਾ is a glorious thing. ਉਹਨੂੰ ਜਾਣਨਾ ਸਭ ਤੋਂ ਮਹਿਮਾ ਵਾਲੀ ਸਭ ਤੋਂ ਸੁੰਦਰ ਚੀਜ਼ ਆ। And we must be winsome in the way we portray the gospel and witness to people. ਜਦੋਂ ਅਸੀਂ ਲੋਕਾਂ ਨੂੰ ਗਵਾਹੀ ਦਿੰਦੇ, ਜੋ ਅਸੀਂ ਲੋਕਾਂ ਨੂੰ ਅਸੀਂ ਦੱਸਦੇ ਪ੍ਰਭੂ ਦੇ ਬਾਰੇ, ਸਾਡੀ ਉਹ ਮਿਜਾਜ਼ ਹੋਣੀ ਚਾਹੀਦੀ ਆ ਕਿ ਅਸੀਂ ਲੋਕਾਂ ਨੂੰ ਜਿੱਤੀਏ ਪ੍ਰਭੂ ਦੇ ਲਈ। But Jesus also wants people to face the reality and realize there is a cost involved. ਪਰ ਪ੍ਰਭੂ ਇਹ ਵੀ ਚਾਹੁੰਦੇ ਕਿ ਲੋਕੀ ਜਾਣਨ ਕਿ ਉਹਦੇ ਮਗਰ ਚੱਲਣ ਦੇ ਲਈ ਕੀਮਤ ਚੁਕਾਉਣੀ ਪੈਂਦੀ ਹੈ, ਕਿ ਕੀਮਤ ਹੈਗੀ ਚੁਕਾਉਣੀ। In Luke 18, a rich young ruler came to Jesus. ਲੂਕਾ 18 ਵਿੱਚ ਇੱਕ ਅਮੀਰ ਆਦਮੀ ਆਇਆ ਪ੍ਰਭੂ ਦੇ ਕੋਲ, He was excited. ਬੜਾ ਖੁਸ਼ ਸੀਗਾ, He wanted to know about eternal life. ਸਦੀਵਕ ਜੀਵਨ ਬਾਰੇ ਜਾਣਨਾ ਚਾਹੁੰਦਾ ਸੀਗਾ। But then Jesus told him of the cost ਪ੍ਰਭੂ ਨੇ ਉਹਨੂੰ ਦੱਸਿਆ ਵੀ ਆਹ ਕੀਮਤ ਚੁਕਾਉਣੀ ਪੈਣੀ ਤੈਨੂੰ of following him. ਮੇਰੇ ਮਗਰ ਚੱਲਣ ਦੀ। That the rich man loved his riches more than Christ. ਪ੍ਰਭੂ ਧਨੀ ਬੰਦਾ ਆਪਣੇ ਧਨ ਨੂੰ ਜ਼ਿਆਦਾ ਪਿਆਰ ਕਰਦਾ ਸੀਗਾ ਪ੍ਰਭੂ ਯੀਸ਼ੂ ਮਸੀਹ ਦੀ ਨਿਸਬਤ। But the rich man turned away. ਉਹ ਅਮੀਰ ਆਦਮੀ ਨਿਰਾਸ਼ ਹੋ ਕੇ ਚਲਾ ਗਿਆ, He was grieved ਦੁਖੀ ਹੋ ਕੇ ਚਲਾ ਗਿਆ, because he did not want to count the cost and put Christ first above his riches. ਉਹਨੇ ਚਾਹੁੰਦਾ ਸੀਗਾ ਕੀਮਤ ਗਿਣਨੀ, ਉਹਨੇ ਚਾਹੁੰਦਾ ਸੀਗਾ ਕੀਮਤ ਚੁਕਾਉਣੀ ਕਿ ਮੈਨੂੰ ਪ੍ਰਭੂ ਯੀਸ਼ੂ ਮਸੀਹ ਨੂੰ ਆਪਣੇ ਧਨ ਤੋਂ ਮੋਹਰੇ ਰੱਖਣਾ ਪੈਣਾ ਹੈਗਾ। Jesus here confronts and shocks the crowd. ਹੁਣ ਇੱਥੇ ਪ੍ਰਭੂ ਯੀਸ਼ੂ ਮਸੀਹ ਭੀੜ ਨਾਲ ਮੁੜ ਕੇ ਗੱਲ ਕਰਦੇ ਆ ਤਾਂ ਭੀੜ ਨੂੰ ਉਹ ਹਿਲਾ ਕੇ ਰੱਖ ਦਿੰਦੇ ਆ। Jesus 3 times says, if you don't do this, you cannot be my disciple. ਤਿੰਨ ਦਫਾ ਕਿਹਾ ਪ੍ਰਭੂ ਨੇ ਕਿ ਜੇ ਤੁਸੀਂ ਆਹ ਨਹੀਂ ਕਰਦੇ ਤੁਸੀਂ ਮੇਰੇ ਚੇਲੇ ਨਹੀਂ ਹੋ ਸਕਦੇ। Look at verse 26. 26 ਆਇਤ ਦੇਖੋ। At the end of the verse it says, he cannot be my disciple. If you don't do what's in verse 26, you cannot be my disciple. ਪ੍ਰਭੂ ਕਹਿੰਦੇ ਕਿ ਜੋ 26 ਆਇਤ ਮੈਂ ਕਿਹਾ ਹੈਗਾ ਜੇ ਤੁਸੀਂ ਨਹੀਂ ਕਰਦੇ ਕੀ ਕਹਿੰਦੇ ਆ ਤਾਂ ਮੇਰਾ ਸ਼ਾਗਿਰਦ ਨਹੀਂ ਹੋ ਸਕਦਾ। Verse 27, if you don't do this, at the end of the verse it says, cannot be my disciple. 27 ਆਇਤ ਵਿੱਚ ਅਖੀਰ ਵਿੱਚ ਕੀ ਲਿਖਿਆ ਗਿਆ, ਉਹ ਮੇਰਾ ਸ਼ਾਗਿਰਦ ਨਹੀਂ ਹੋ ਸਕਦਾ। Verse 33 says, if you don't do this, at the end of the verse it says, you cannot be my disciple. 33 ਆਇਤ ਦੇ ਅਖੀਰ ਦੇ ਵਿੱਚ ਜੇ ਅਸੀਂ ਨਹੀਂ ਕਰਦੇ ਕੀ ਕਹਿੰਦੇ ਪ੍ਰਭੂ ਤੁਸੀਂ ਮੇਰੇ ਸ਼ਾਗਿਰਦ ਨਹੀਂ ਹੋ ਸਕਦੇ। Jesus is not saying
ਪ੍ਰਭੂ ਇਹ ਨਹੀਂ ਕਹਿ ਰਹੇ ਹੈਗੇ that to enter into his kingdom, ਕਿ ਉਹਦੇ ਰਾਜ ਵਿੱਚ ਦਾਖਲ ਹੋਣ ਦੇ ਲਈ to be saved, you have to do these things. ਬਚਾਏ ਜਾਂਦੇ ਤੁਹਾਨੂੰ ਆਹ ਕੁਝ ਕਰਨਾ ਜ਼ਰੂਰੀ ਆ। No, that's wrong. ਇਹ ਨਹੀਂ, ਇਹ ਗਲਤ ਆ। The gospel is free. ਇੰਜੀਲ ਮੁਫਤ ਆ, It costs us nothing. ਸਾਨੂੰ ਕੋਈ ਵੀ ਕੀਮਤ ਨਹੀਂ ਚੁਕਾਉਣੀ ਪੈਂਦੀ। Good works do not save us. ਚੰਗੇ ਕੰਮ ਸਾਨੂੰ ਬਚਾਉਂਦੇ ਨਹੀਂ ਹੈਗੇ। Christ has done everything on the cross. ਪ੍ਰਭੂ ਯੀਸ਼ੂ ਮਸੀਹ ਨੇ ਸਾਰਾ ਕੁਝ ਕਰ ਦਿੱਤਾ ਸਲੀਬ ਉੱਤੇ। And we become Christians ਅਸੀਂ ਵਿਸ਼ਵਾਸੀ ਬਣਦੇ ਹਾਂ by turning to Christ and trusting in his death. ਪ੍ਰਭੂ ਯੀਸ਼ੂ ਮਸੀਹ ਵੱਲ ਮੁੜ ਕੇ ਉਹਦੀ ਮੌਤ 'ਤੇ ਅਸੀਂ ਉਹਦਾ ਭਰੋਸਾ ਰੱਖਦੇ ਹੈਗੇ, ਯਕੀਨ ਰੱਖਦੇ ਹਾਂ, ਤਦ ਅਸੀਂ ਬਚਾਏ ਜਾਂਦੇ ਹਾਂ। But if we have really turned to him, ਪਰ ਜੇ ਅਸੀਂ ਸੱਚੀ ਮੁੱਚੀ ਮੁੜ ਗਏ ਹਾਂ ਪ੍ਰਭੂ ਵੱਲ, then Christ expects total commitment. ਤਾਂ ਪ੍ਰਭੂ ਚਾਹੁੰਦੇ ਕਿ ਪੂਰੀ ਤਰ੍ਹਾਂ ਸਾਡੀ ਵਫਾਦਾਰੀ, ਪੂਰੀ ਤਰ੍ਹਾਂ ਸਾਡੀ ਲਗਨ ਉਹਦੇ ਲਈ ਹੋਵੇ। There is a cost involved. ਕੀਮਤ ਚੁਕਾਉਣੀ ਪੈਂਦੀ ਆ। Our life does not belong to us. ਸਾਡੀ ਜ਼ਿੰਦਗੀਆਂ ਹੁਣ ਸਾਡੀਆਂ ਨਹੀਂ ਹੈਗੀਆਂ, It belongs to Christ. ਮਸੀਹ ਦੀ ਜ਼ਿੰਦਗੀ ਹੈਗੀ ਸਾਡੀ। And if we are really saved, we cannot carry on living as we were living before. ਅਸੀਂ ਜੀ ਸੱਚੀ ਮੁੱਚੀ ਬਚਾਏ ਗਏ ਹੈਗੇ ਆ, ਤਾਂ ਅਸੀਂ ਆਪਣੀ ਜ਼ਿੰਦਗੀ ਉੱਦਾਂ ਨਹੀਂ ਬਿਤਾ ਸਕਦੇ ਹੈਗੇ ਆ ਜਿੱਦਾਂ ਪਹਿਲਾਂ ਕਰਦੇ ਸੀਗੇ। Christianity is not a makeover, it's a takeover. ਵਿਸ਼ਵਾਸ ਇਹ ਨਹੀਂ ਹੈਗਾ ਕਿ ਸਾਡਾ ਮੂੰਹ ਨੂੰ ਪੋਚਾ ਫੇਰ ਦਿੱਤਾ ਹੈਗਾ, ਵਿਸ਼ਵਾਸ ਹੈਗਾ ਕਿ ਅਸੀਂ ਅੰਦਰੋਂ ਬਦਲੇ ਗਏ ਆ, ਅੰਦਰੋਂ ਸਾਨੂੰ ਪ੍ਰਭੂ ਨੇ ਲਿਆ ਹੈਗਾ। Christ takes over our lives. ਪ੍ਰਭੂ ਸਾਰੀ ਜ਼ਿੰਦਗੀਆਂ ਉੱਤੇ ਹਾਵੀ ਹੋ ਜਾਂਦੇ ਆ। Let's say I desire to climb up Mount Everest, ਫਰਜ਼ ਕਰੋ ਭਾਈ ਜੋਜ ਕਹਿੰਦੇ ਕਿ ਮੈਂ ਸੋਚਦਾ ਕਿ ਮੈਂ ਹਿਮਾਲਿਆ ਪਹਾੜ ਉੱਤੇ ਚੜਾਂ, the highest mountain in the world. ਦੁਨੀਆ ਦੀ ਸਭ ਤੋਂ ਉੱਚੀ ਪਹਾੜੀ। Now, I don't have the strength or the stamina or the ability to do that, although I'd love to. If ਭਾਈ I ਕਹਿੰਦੇ ਮੈਂ could, ਕਰਨਾ but ਚਾਹੁੰਦਾ, I don't ਮੇਰੇ 'ਚ have the stamina. ਮੇਰੀ ਨਾ ਤਾਕਤ ਹੈਗੀ ਆ, ਨਾ ਜ਼ੋਰ ਹੈਗਾ, ਨਾ ਅੰਦਰ ਸਹਿਣ ਸ਼ਕਤੀ ਹੈਗੀ ਆ। But let's say I did. ਪਰ ਫਰਜ਼ ਕਰੋ ਮੈਂ ਕਰਦਾ। Let's say it costs £70,000 because of the travel, the equipment, the clothing, the transport, and the cost of the guides and the training. ਫਰਜ਼ ਕਰੋ ਸਾਰਾ ਖਰਚਾ ਪਾ ਕੇ ਆਉਣ ਜਾਣ ਦਾ, ਕੱਪੜਿਆਂ ਦਾ, ਸਪੈਸ਼ਲ ਚੀਜ਼ਾਂ ਦਾ, ਟ੍ਰੇਨਰ ਦਾ, ਸਾਰਾ ਕੁਝ ਪਾ ਕੇ ਫਰਜ਼ ਕਰ ਲਓ ਕਿ 70,000 ਪਾਉਂਡ ਮੇਰਾ ਖਰਚ ਆਉਂਦਾ ਹੈਗਾ। And let's say a rich man said to me, I'll pay all the cost, and I accepted it. See, it cost me nothing. ਕੋਈ ਅਮੀਰ ਆਦਮੀ ਆ ਕੇ ਕਹੇ ਭਾਈ ਜੋਜ ਨੂੰ ਕਿ ਬਈ ਤੇਰਾ ਖਰਚਾ ਸਾਰਾ ਮੈਂ ਦਿੰਦਾ ਹੈਗਾ, ਉਹਦੇ ਪੈਸੇ ਕਬੂਲ ਕਰਨ ਦੇ ਲਈ ਮੈਨੂੰ ਕੋਈ ਕੀਮਤ ਨਹੀਂ ਚੁਕਾਉਣੀ ਪਈ, ਮੈਨੂੰ ਮੁਫਤ ਮਿਲ ਗਿਆ। But what I have done is committed myself to months of training, hard work, effort. ਪਰ ਮੈਂ ਕੀ ਕੀਤਾ ਹੈਗਾ, ਮੈਂ ਆਪਣੇ ਆਪ ਨੂੰ ਉਹਦੇ ਹਵਾਲੇ ਕਰ ਦਿੱਤਾ ਕਿ ਮੈਂ ਇੰਨੇ ਮਹੀਨੇ ਟ੍ਰੇਨਿੰਗ ਕਰੂੰਗਾ, ਇੰਨੇ ਮਹੀਨੇ ਮੈਂ ਕੋਸ਼ਿਸ਼ ਕਰੂੰਗਾ, ਸਿੱਖੂੰਗਾ ਕਿੱਦਾਂ ਪਹਾੜੀ ਤੇ ਚੜ੍ਹਨਾ ਹੈਗਾ। It may even cost me my life because some climbers die on Mount ਹੋ Everest. ਸਕਦਾ ਮੇਰੀ ਜ਼ਿੰਦਗੀ ਵੀ ਚੱਲ ਜਾਏ, ਕਿਉਂਕਿ ਬਹੁਤ ਸਾਰੇ ਜਿਹੜੇ ਹੈਗੇ ਪਹਾੜੀ ਤੇ ਚੜ੍ਹੇ ਹੈਗੇ ਆ, ਉਹ ਲੋਕੀ ਮਰ ਗਏ ਹੈਗੇ ਕਿਉਂਕਿ ਉਹਨਾਂ ਕੋਲ ਹੋਇਆ ਨਹੀਂ। It's absolutely free. ਬਿਲਕੁਲ ਮੁਫਤ ਹੈਗਾ। Someone has paid the price. ਕਿਸੇ ਹੋਰ ਨੇ ਪੈਸੇ ਦਿੱਤੇ ਮੇਰੇ ਜਾਣ ਦੇ, But the commitment is very costly. ਪਰ ਲਗਨ ਜਿਹੜੀ ਹੈਗੀ ਆ, ਜਿਹੜਾ ਵਾਅਦਾ ਕੀਤਾ ਕਿ ਮੈਂ ਕਰੂੰਗਾ, ਉਹ ਵੱਡੀ ਕੀਮਤੀ ਚੀਜ਼ ਆ। The gospel is free. ਇੰਜੀਲ ਮੁਫਤ ਹੈਗੀ ਆ। Christ paid the price. ਪ੍ਰਭੂ ਯੀਸ਼ੂ ਮਸੀਹ ਨੇ ਕੀਮਤ ਚੁਕਾਤੀ। We just need to put our faith in him. ਸਿਰਫ ਸਾਨੂੰ ਆਪਣਾ ਵਿਸ਼ਵਾਸ ਪ੍ਰਭੂ ਦੇ ਵਿੱਚ ਰੱਖਣਾ ਹੈਗਾ And ਬਸ। we will be gloriously saved. ਅਸੀਂ ਮਹਿਮਤ ਤਰੀਕੇ ਦੇ ਨਾਲ ਬਚਾਏ ਜਾਵਾਂਗੇ। But when you are saved, ਪਰ ਜਦੋਂ ਤੁਸੀਂ ਬਚਾਏ ਗਏ ਆ, the commitment ਫਿਰ ਜਿਹੜੀ ਲਗਨ ਹੈਗੀ ਆ, can be very costly. ਉਹਦੀ ਕੀਮਤ, ਲਗਾਨ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ So ਹੈ। Jesus gives 3 areas where we have to pay the cost. ਪ੍ਰਭੂ ਯੀਸ਼ੂ ਮਸੀਹ 3 ਜਗ੍ਹਾ ਦੱਸਦੇ ਹੈਗੇ ਆ ਜਿੱਥੇ ਸਾਨੂੰ ਉਹ ਕੀਮਤ ਅਦਾ ਕਰਨੀ ਪੈਂਦੀ ਆ। And you'll find this includes absolutely everything. ਹਰ ਚੀਜ਼ ਦੇ ਵਿੱਚ ਗੱਲ ਆਉਂਦੀ ਆ। So let's have a look at these 3 areas. ਦੇਖੀਏ ਨਾ ਤਿੰਨਾਂ ਗੱਲਾਂ ਨੂੰ। Firstly, verse 26. 26 ਆਇਤ It talks here about families. ਪਰਿਵਾਰ ਦੀ ਗੱਲ ਕਰਦੇ ਆ। Let's read it. ਪੜੋ। If anyone comes to me and does not hate his father and mother, wife and children, brothers and sisters, yes, and his own life also, he cannot be my disciple. अगर कोई मेरे पास आए और अपनी बाप और माँ और बीवी और बच्चों और भाइयों और बहनों, बल्कि अपनी जान से भी दुश्मनी ना करे, तो वो मेरा शागिर्द नहीं हो सकता। Now, people struggle to understand what this is saying. ਇਸ ਆਇਤ ਨੂੰ ਸਮਝਣ ਨੂੰ ਲੋਕਾਂ ਨੂੰ ਬੜੀ ਮੁਸ਼ਕਲ ਆਉਂਦੀ ਆ।
Does it literally mean that I have to hate my family and myself? ਕਿ ਇਹ ਮਤਲਬ ਹੈ ਕਿ ਮੈਂ ਆਪਣੇ ਆਪ ਨੂੰ ਆਪਣੇ ਟੱਬਰ ਨੂੰ ਨਫ਼ਰਤ ਕਰਾਂ That I have to reject my parents, dislike my dad, my mom, my wife, my children, my brothers, my sisters. I have to hate them. ਆਪਣੇ That's ਪੇ what ਨੂੰ it says. ਆਪਣੇ ਪੇ ਨੂੰ ਆਪਣੀ ਮਾਂ ਨੂੰ ਆਪਣੇ ਭਰਾ ਨੂੰ ਆਪਣੀ ਭੈਣ ਨੂੰ ਆਪਣੀ ਤੀਵੀਂ ਨੂੰ ਆਪਣੇ ਬੱਚਿਆਂ ਨੂੰ ਕਿਵੇਂ ਉਹਨਾਂ ਨੂੰ ਨਫ਼ਰਤ ਕਰਾਂ ਫੇਰ ਮੈਂ ਪ੍ਰਭੂ ਕੋ ਆ ਸਕਦਾ The difficulty comes with the word hate. ਮੁਸ਼ਕਿਲ ਹੈ ਕਿ ਇਹ ਜਿਹੜਾ ਲਫ਼ਜ਼ ਹੈਗਾ ਕਿ ਨਫ਼ਰਤ What did Jesus mean? ਕੀ ਮਤਲਬ ਹੈਗਾ ਦੁਸ਼ਮਣੀ ਕਰਨੀ ਜਾਂ ਨਫ਼ਰਤ ਕਰਨੀ ਕੀ ਮਤਲਬ ਹੈ Does it mean that I have to have ill will towards my family and Ki- despise them? ਕਿ ਮੈਂ ਆਪਣੇ ਪਰਿਵਾਰ ਦੇ ਲਈ ਮੈਂ ਦੁਸ਼ਮਣੀ ਕਰਾਂ ਕਿ ਮੈਂ ਉਹਨਾਂ ਨੂੰ ਦਿਖਾਣਾ ਕਿ ਮੈਂ ਤੁਹਾਡਾ ਦੁਸ਼ਮਣ ਹਾਂ Well, of course not. ਨਹੀਂ The Bible clearly tells us that when we become Christians, ਪ੍ਰਭੂ ਦਾ ਵਚਨ ਬਿਲਕੁਲ ਸਾਫ਼-ਸਾਫ਼ ਦੱਸਦਾ ਕਿ ਜਦੋਂ ਅਸੀਂ ਇਹ ਵਿਸ਼ਵਾਸ ਕਰ ਲੈਂਦੇ ਆ that we are to love even our enemies. ਆਪਣੇ ਦੁਸ਼ਮਣ ਨੂੰ ਵੀ ਪਿਆਰ ਕਰੋ And God gives us a greater desire to love our families. ਪ੍ਰਭੂ ਸਾਨੂੰ ਵੱਡੀ ਲਗਨ ਦਿੰਦਾ ਵੱਡੀ ਸਾਨੂੰ ਸ਼ਾਂਤੀ ਦਿੰਦਾ ਕਿ ਅਸੀਂ ਆਪਣੇ ਪਰਿਵਾਰ ਨੂੰ ਹੋਰ ਜ਼ਿਆਦਾ ਪਿਆਰ ਕਰੀਏ So that we are better husbands, wife, children, parents. ਅੱਛੇ ਮਾਂ-ਬਾਪ ਬਣੀਏ ਅੱਛੇ ਪਤੀ ਬਣੀਏ ਅੱਛੇ ਅਸੀਂ ਪਰਿਵਾਰ ਦੇ ਲੋਕ ਬਣੀਏ But what does it mean then when he says you are to hate? ਫਿਰ ਕੀ ਮਤਲਬ ਹੈਗਾ ਜੋ ਲਿਖਿਆ ਕਿ ਤੁਸੀਂ ਦੁਸ਼ਮਣੀ ਕਰੋ ਉਹਨਾਂ ਦੇ ਨਾਲ What it means is that you are to love less. ਥੋੜਾ ਪਿਆਰ ਕਰੋ It's the same thing that is found in Genesis 29 verse 31. ਉਤਪਤੀ 29-31 ਚ ਜੋ ਲਿਖਿਆ ਹੈਗਾ ਬਿਲਕੁਲ ਉਹੀ ਗੱਲ ਆ Jacob had two wives, Rachel and Leah. ਯਾਕੂਬ ਦੇ ਦੋ ਪਤਨੀਆਂ ਸੀਗੀਆਂ ਰੇਚਲ ਤੇ ਲੀਆ And it says the Lord saw that Leah was hated. ਪ੍ਰਭੂ ਨੇ ਦੇਖਿਆ ਕਿ ਉਹ ਲੀਆ ਨੂੰ ਨਫ਼ਰਤ ਕਰਦਾ ਸੀਗਾ Now that doesn't mean that Jacob literally hated Leah, ਇਹ ਨਹੀਂ ਕਿ ਆਪਣੀ ਪਤਨੀ ਨੂੰ ਨਫ਼ਰਤ ਕਰਦਾ ਸੀਗਾ but he loved her less than Rachel. ਉਹ ਰੇਚਲ ਨਾਲੋਂ ਉਹਨੂੰ ਥੋੜਾ ਪਿਆਰ ਕਰਦਾ ਸੀਗਾ And Leah took second place. ਲੀਆ ਦੂਸਰੇ ਦਰਜੇ ਤੇ ਆਉਂਦੀ ਸੀਗੀ That's what it means, that you are to love less. ਇਹਦਾ ਮਤਲਬ ਹੈਗਾ ਕਿ ਥੋੜਾ ਪਿਆਰ ਕਰੋ ਪਰਿਵਾਰ ਨੂੰ If you turn to Matthew chapter 10 and verse 37, ਜੇ ਅਸੀਂ ਦੇਖੀਏ ਮਤੀ 10:27 it says the same thing but in a different way. ਕੀ ਲਿਖਿਆ ਉਹੀ ਗੱਲ ਲਿਖੀ ਆ ਪਰ ਥੋੜੇ ਫਰਕ ਦੇ ਨਾਲ He who loves father or mother more than me is not worthy of me, and he who loves son or daughter more than me is not worthy of me. ਉਹ ਜਿਹੜਾ ਆਪਣੇ ਮਾਂ-ਬਾਪ ਨੂੰ ਮੈਨੂੰ ਜ਼ਿਆਦਾ ਪਿਆਰ ਕਰਦਾ ਹੈਗਾ ਉਹ ਮੇਰੇ ਯੋਗ ਨਹੀਂ ਹੈਗਾ ਜਿਹੜਾ ਆਪਣੀ ਪਤਨੀ ਆਪਣੇ ਬੱਚਿਆਂ ਨੂੰ ਮੈਨੂੰ ਜ਼ਿਆਦਾ ਪਿਆਰ ਕਰਦਾ ਹੈਗਾ ਉਹ ਮੇਰੇ ਯੋਗ ਨਹੀਂ ਹੈਗਾ So he's saying you mustn't love others more than me. Yes, Prabhu- love them, but not more than me. ਪ੍ਰਭੂ ਕਹਿੰਦੇ ਪਿਆਰ ਕਰੋ ਤੁਸੀਂ ਬੇਸ਼ੱਕ ਪਿਆਰ ਕਰੋ ਪਰ ਦੂਸਰਿਆਂ ਨੂੰ ਤੁਸੀਂ ਮੇਰੇ ਨਾਲੋਂ ਵੱਧ ਕੇ ਜ਼ਿਆਦਾ ਪਿਆਰ ਨਾ ਕਰੋ It means loving your family less. It means putting Christ above them and putting him first. ਉਹਨਾਂ ਨੂੰ ਥੋੜਾ ਪਿਆਰ ਕਰਨਾ ਪ੍ਰਭੂ ਯਿਸੂ ਮਸੀਹ ਨੂੰ ਉਹਨਾਂ ਤੋਂ ਉੱਚਾ ਦਰਜਾ ਦੇ ਕੇ ਪ੍ਰਭੂ ਯਿਸੂ ਮਸੀਹ ਨੂੰ ਜ਼ਿਆਦਾ ਪਿਆਰ ਕਰਨਾ ਇਹਦਾ ਇਹ ਮਤਲਬ ਆ If we're not prepared to do that, ਅਸੀਂ ਜੇ ਨਹੀਂ ਕਰਨਾ ਚਾਹੁੰਦੇ then we cannot be Jesus' disciple. ਫਿਰ ਅਸੀਂ ਪ੍ਰਭੂ ਯਿਸੂ ਮਸੀਹ ਦੇ ਚੇਲੇ ਨਹੀਂ ਹੋ ਸਕਦੇ See, it's a total commitment to Christ. ਪ੍ਰਭੂ ਯਿਸੂ ਮਸੀਹ ਦੇ ਲਈ ਪੂਰੀ ਲਗਨ ਪੂਰੀ ਤਰ੍ਹਾਂ ਲਗਾਨ ਪ੍ਰਭੂ ਦੇ ਲਈ He's first, even over my nearest and dearest. ਮੇਰੇ ਸਭ ਤੋਂ ਅਜ਼ੀਜ਼ ਪਿਆਰੇ ਹੈਗੇ ਆ ਉਹਨਾਂ ਤੋਂ ਵੀ ਪਹਿਲਾ ਦਰਜਾ ਪ੍ਰਭੂ ਯਿਸੂ ਮਸੀਹ ਰੱਖਦਾ ਹੈਗਾ This may not mean much to you and me today, ਹੋ ਸਕਦਾ ਅੱਜ ਤੁਹਾਡੇ ਮੇਰੇ ਲਈ ਇਹ ਗੱਲ ਦੀ ਜ਼ਿਆਦਾ ਅਹਿਮੀਅਤ ਨਾ ਹੋਵੇ but in Jesus' day, no one casually followed Christ. ਪਰ ਪ੍ਰਭੂ ਯਿਸੂ ਮਸੀਹ ਦੇ ਦਿਨਾਂ ਵਿੱਚ ਕੋਈ ਵੀ ਐਵੇਂ ਹੀ ਪ੍ਰਭੂ ਯਿਸੂ ਮਸੀਹ ਦੇ ਮਗਰ ਨਹੀਂ ਚੱਲਣ ਲੱਗ ਪੈਂਦਾ ਸੀਗਾ Because if Christ was first, ਕਿਉਂਕਿ ਜੇ ਪ੍ਰਭੂ ਯਿਸੂ ਮਸੀਹ ਪਹਿਲਾਂ ਹੈਗੇ ਆ the family probably would disown you or even alienate you and despise you. ਤੇ ਪਰਿਵਾਰ ਨੇ ਤੁਹਾਨੂੰ ਬੇਦਖਲ ਕਰ ਦੇਣਾ ਸੀਗਾ ਪਰਿਵਾਰ ਨੇ ਤੁਹਾਨੂੰ ਜੁਦਾ ਕਰ ਦੇਣਾ ਸੀਗਾ ਪਰਿਵਾਰ ਨੇ ਤੁਹਾਨੂੰ ਫਰਕ ਸੋਚਣਾ ਸੀਗਾ And we know of a case ਸਾਨੂੰ ਪਤਾ ਹੈ ਇੱਕ ਹਾਦਸੇ ਬਾਰੇ here, even in the church, ਸਾਡੀ ਮੰਡਲੀ ਵਿੱਚ ਵੀ of a Muslim family who have abandoned her daughter because she's become a Christian. ਇੱਕ ਮੁਸਲਮਾਨ ਪਰਿਵਾਰ ਜਿਨ੍ਹਾਂ ਨੇ ਆਪਣੀ ਬੱਚੀ ਨੂੰ ਛੱਡ ਦਿੱਤਾ ਤਰਕ ਕਰ ਦਿੱਤਾ ਕਿਉਂਕਿ ਉਹਨੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਵਿਸ਼ਵਾਸ ਰੱਖਿਆ And in some Islamic countries, ਔਰ ਕਈ ਇਸਲਾਮਿਕ ਮੁਲਕਾਂ ਦੇ ਵਿੱਚ you may even be killed. ਹੋ ਸਕਦਾ ਤੁਸੀਂ ਮਾਰੇ ਵੀ ਜਾਓ ਆਪਣੇ ਵਿਸ਼ਵਾਸ ਦੀ So ਖਾਤਰ if you decide to follow Christ in that situation, ਉਸ ਹਾਲਤ ਦੇ ਵਿੱਚ ਹੋ ਕੇ ਜੇ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਮਗਰ ਚੱਲਣ ਦੀ ਸੋਚ ਰੱਖਦੇ ਆ you have to be serious about your faith. ਤਾਂ ਤੁਹਾਡਾ ਵਿਸ਼ਵਾਸ ਜਿਹੜਾ ਹੈਗਾ ਉਹ ਬੜਾ ਪੱਕਾ ਮਜ਼ਬੂਤ ਹੋਣਾ ਚਾਹੀਦਾ There's nothing superficial.
ਕੋਈ ਦਿਖਾਵੇ ਵਾਲੀ ਗੱਲ ਨਹੀਂ ਹੈਗੀ or casual ਕਿ ਐਵੇਂ ਹੀ ਚਲੋ ਕਰ ਲੈਂਦੇ ਆ about following Christ. ਪ੍ਰਭੂ ਦੇ ਮਗਰ ਚਲੋ ਪ੍ਰਭੂ ਦੇ ਮਗਰ ਚੱਲ ਪੈਨੇ ਕੋਈ ਗੱਲ ਨਹੀਂ। Legend says that in ancient Greece, ਇਤਿਹਾਸ ਵਿੱਚ ਲਿਖਿਆ ਕਿ ਪੁਰਾਣੇ ਗ੍ਰੀਸ ਦੇ ਮੁਲਕ ਦੇ ਵਿੱਚ to prevent politicians from making silly laws or petty laws, ਇਸ ਤੋਂ ਕਿ ਸਿਆਸਤਦਾਨ ਜਿਹੜੇ ਹੈਗੇ ਆ ਉਹ ਐਵੇਂ ਹੀ ਕਾਇਦੇ ਕਾਨੂੰਨ ਬਣਾਈ ਜਾਣ ਬੇਫਾਇਦਾ ਬਿਨਾਂ ਮਤਲਬ ਤੋਂ ਬੇਵਕੂਫੀ ਦੇ ਕਾਨੂੰਨ। the lawmakers asked the politicians to introduce the laws on a platform with a rope around their neck. ਕਹਿੰਦੇ ਸੀਗੇ ਉਹਨਾਂ ਨੂੰ ਸਿਆਸਤਦਾਨਾਂ ਨੂੰ ਕਿ ਜਦੋਂ ਤੁਸੀਂ ਕੋਈ ਵੀ ਕਾਨੂੰਨ ਲਾਗੂ ਕਰਨਾ ਹੈਗਾ ਤੇ ਉਸ ਵੇਲੇ ਤੁਸੀਂ ਸਟੇਜ ਤੇ ਖੜੇ ਹੋ ਕੇ ਤੁਹਾਡੇ ਗਲ ਦੇ ਵਿੱਚ ਫੰਦਾ ਪਾ ਕੇ ਰੱਸੇ ਦਾ ਫੰਦਾ ਪਾ ਕੇ ਫਿਰ ਤੁਸੀਂ ਲੋਕਾਂ ਨੂੰ ਦੱਸਣਾ ਕਿ ਆਹ ਕਾਨੂੰਨ ਅਸੀਂ ਬਣਾਉਣ ਲੱਗੇ ਆ। So I'd be standing like this telling people what the law is. ਸੋ ਭਾਈ ਜਦੋਂ ਕਹਿੰਦੇ ਮੈਂ ਤਾਂ ਖੜਾ ਹੈਗਾ ਤਾਂ ਮੈਂ ਲੋਕਾਂ ਨੂੰ ਦੱਸ ਰਿਹਾ ਹੈਗਾ ਕਿ ਆਹ ਅਸੀਂ ਨਵਾਂ ਕਾਨੂੰਨ ਬਣਾਇਆ ਹੈਗਾ। If the people agreed, the politicians agreed that the lawmakers agreed that this is a good law, then the rope was removed. ਜੇ ਤੇ ਲੋਕੀ ਮੰਨਦੇ ਸੀਗੇ ਕਿ ਹਾਂ ਵੀ ਚੰਗਾ ਕਾਨੂੰਨ ਹੈਗਾ ਜਾਂ ਜਿਹੜੇ ਸਿਆਸਤਦਾਨ ਬਾਕੀ ਦੇ ਸੀਗੇ ਜੋ ਕਹਿੰਦੇ ਸੀਗੇ ਕਿ ਹਾਂ ਵੀ ਇਹ ਕਾਨੂੰਨ ਚੰਗਾ ਹੈਗਾ ਤਾਂ ਫਿਰ ਗਲ ਦੇ ਵਿੱਚੋਂ ਰੱਸੀ ਦਾ ਫੰਦਾ ਲਾਇਆ ਜਾਂਦਾ ਸੀਗਾ। But if it was a silly law or not worthy to be passed, ਜੇ ਐਵੇਂ ਕਾਨੂੰਨ ਬਣਾਤਾ ਬਿਨਾਂ ਮਤਲਬ ਤੋਂ ਬਿਨਾਂ ਸੋਚੇ ਸਮਝੇ then the platform beneath me would be removed and I would hang on the rope and I would die. ਤਾਂ ਥੱਲਿਓਂ ਲੱਕੜੀਆਂ ਕੱਢ ਕੇ ਉੱਥੇ ਬੰਦੇ ਨੂੰ ਲਟਕਾ ਦਿੰਦੇ ਸੀਗੇ। That's how laws were passed. ਐਦਾਂ ਕਾਨੂੰਨ ਬਣਦੇ ਸੀਗੇ ਪਹਿਲੇ ਜ਼ਮਾਨੇ ਵਿੱਚ। Maybe you think this is how laws should be passed today as well. ਹੋ ਸਕਦਾ ਤੁਸੀਂ ਸੋਚੋਗੇ ਕਿ ਅੱਜ ਵੀ ਐਦਾਂ ਹੀ ਕਰਨਾ ਚਾਹੀਦਾ। Politicians would be very careful in what they say. ਅੱਜ ਕੱਲ੍ਹ ਦੇ ਸਿਆਸਤਦਾਨ ਬੜੀ ਹੁਸ਼ਿਆਰੀ ਨਾਲ ਚੱਲਣ ਕਿ ਅਸੀਂ ਕੀ ਕਹਿਣ ਲੱਗੇ ਹੈਗੇ ਆ ਉਹਨਾਂ ਨੂੰ ਜੇ ਆਪਣੀ ਜਾਨ ਦਾ ਖਤਰਾ ਹੋਵੇ। Now can you see the Greek politicians did not take their laws lightly. ਯੂਨਾਨੀ ਜਿਹੜੇ ਸੀਗੇ ਸਿਆਸਤਦਾਨ ਉਹ ਐਵੇਂ ਬਿਨਾਂ ਸੋਚੇ ਸਮਝੇ ਤੋਂ ਬਿਨਾਂ ਕਿਸੇ ਮਤਲਬ ਤੋਂ ਐਵੇਂ ਨਹੀਂ ਕਾਨੂੰਨ ਬਣਾ ਲੈਂਦੇ ਸੀਗੇ। Their life was on the line. ਉਹਨਾਂ ਦੀ ਜਾਨਾਂ ਦੇ ਖਤਰੇ ਤੇ ਸੀਗੀਆਂ ਉਹਨਾਂ ਦੇ ਗਲ 'ਚ ਫੰਦਾ ਪਾਇਆ ਹੁੰਦਾ ਸੀਗਾ ਮੌਤ ਦਾ। Early Christians ਪਹਿਲੇ ਵਿਸ਼ਵਾਸੀ did not take a commitment to Christ lightly. ਉਹ ਵੀ ਹਲਕੇ ਤਰੀਕੇ ਦੇ ਨਾਲ ਨਹੀਂ ਲੈਂਦੇ ਸੀਗੇ ਪ੍ਰਭੂ ਯਿਸੂ ਮਸੀਹ ਦੇ ਲਈ ਲਗਨ ਜਿਹੜੀ ਸੀਗੀ। Because if they followed through what Jesus was saying, ਕਿਉਂਕਿ ਉਹ ਜੇ ਪੂਰਾ ਕਰਦੇ ਆ ਜੋ ਪ੍ਰਭੂ ਯਿਸੂ ਮਸੀਹ ਨੇ ਕਿਹਾ it may mean being disowned by the family, ਹੋ ਸਕਦਾ ਪਰਿਵਾਰ ਉਹਨਾਂ ਨੂੰ ਬੇਦਖਲ ਕਰ ਦੇਵੇ, losing your inheritance, ਤੁਹਾਡੀ ਮਿਰਾਸ ਚਲੇ ਜਾਵੇ, or possibly being killed. ਹੋ ਸਕਦਾ ਤੁਸੀਂ ਮਾਰੇ ਜਾਵੋ। This was the cost that was involved. ਇਹ ਕੀਮਤ ਸੀਗੀ ਜਿਹੜੀ ਚੁਕਾਈ ਉਹਨਾਂ ਨੂੰ ਚੁਕਾਉਣੀ ਪੈਂਦੀ ਸੀਗੀ। It's saying if there's ever a time that there's a choice between your father and Christ, Christ must come first. ਜੇ ਕਦੇ ਮੌਕਾ ਆਵੇ ਕਿ ਤੁਹਾਨੂੰ ਚੁਣਨਾ ਪਵੇ ਤੁਹਾਡੇ ਬਾਪ ਦੇ ਵਿਚਕਾਰ ਜਾਂ ਪ੍ਰਭੂ ਯਿਸੂ ਮਸੀਹ ਦੇ ਵਿਚਕਾਰ ਤੇ ਜ਼ਰੂਰ ਹੈਗਾ ਕਿ ਪ੍ਰਭੂ ਯਿਸੂ ਮਸੀਹ ਨੂੰ ਪਹਿਲਾ ਦਰਜਾ ਦਿੱਤਾ ਜਾਵੇ ਬਿਨਾਂ ਸੋਚੇ ਸਮਝੇ ਤੋਂ। And in that Middle Eastern culture, fathers were highly respected. ਪਰ ਉਸ ਜ਼ਮਾਨੇ ਵਿੱਚ ਜਿਹੜੇ ਬਾਪ ਹੁੰਦੇ ਸੀਗੇ ਉਹਨਾਂ ਦੀ ਬੜੀ ਇੱਜ਼ਤ ਬੜਾ ਆਦਰ ਸਤਿਕਾਰ ਕੀਤਾ ਜਾਂਦਾ ਸੀਗਾ। You don't do anything that goes against your dad. ਕੋਈ ਤੁਸੀਂ ਐਸਾ ਕੰਮ ਨਹੀਂ ਕਰਦੇ ਸੀਗੇ ਜਿਹੜਾ ਤੁਹਾਡੇ ਪਿਤਾ ਦੀ ਸ਼ਾਨ ਦੇ ਖਿਲਾਫ ਹੋਵੇ। Of course, we are to respect our fathers. ਲਿਖਿਆ ਕਿ ਆਪਣੇ ਬਾਪ ਦੀ ਇੱਜ਼ਤ ਕਰੋ, But if there's ever conflict, ਪਰ ਜੇ ਕਦੇ ਬਹਿਸ ਮੁਬਾਸਾ ਹੋਵੇ Christ must take first place. ਪ੍ਰਭੂ ਯਿਸੂ ਮਸੀਹ ਹਮੇਸ਼ਾ ਹਰ ਵੇਲੇ ਪਹਿਲਾ ਦਰਜਾ ਰਹਿਣ। Your father may end up shouting at you, hating you, disowning you, accusing you. ਹੋ ਸਕਦਾ ਤੁਹਾਡਾ ਬਾਪ ਤੁਹਾਨੂੰ ਚੀਖੇ ਚਲਾਵੇ ਮਾਰੇ ਕੁੱਟੇ ਜੋ ਮਰਜ਼ੀ ਕਰੇ ਤੁਹਾਨੂੰ ਬੇਦਖਲ ਕਰ ਦੇਵੇ, But Christ must come first. ਪ੍ਰਭੂ ਯਿਸੂ ਮਸੀਹ ਨੂੰ ਪਹਿਲਾ ਦਰਜਾ ਮਿਲਣਾ ਚਾਹੀਦਾ ਬੇਸ਼ੱਕ। I know a young man who became a Christian. ਭਾਈ ਕਹਿੰਦੇ ਮੈਂ ਜਾਣਦਾ ਕਿ ਜਵਾਨ ਨੂੰ ਜਿਹੜਾ ਵਿਸ਼ਵਾਸ ਕੀਤਾ ਉਹਨੇ He was very close to his dad. ਆਪਣੇ ਪਿਤਾ ਦੇ ਬਹੁਤ ਕਰੀਬ ਸੀਗਾ, But then he became a Christian. He turned to Christ. ਵਿਸ਼ਵਾਸ ਕਰ ਲਿਆ ਪ੍ਰਭੂ ਯਿਸੂ ਮਸੀਹ ਕੋ ਆ ਗਿਆ। His father wouldn't speak to him. ਉਹਦਾ ਪਿਤਾ ਉਹਦੇ ਨਾਲ ਬੋਲਦਾ ਨਹੀਂ ਸੀਗਾ, He didn't speak to him for months. ਕਿੰਨੇ ਮਹੀਨੇ ਨਹੀਂ ਬੋਲਿਆ ਉਹਦਾ ਬਾਪ ਉਹਦੇ ਨਾਲ। He ignored his son. ਉਹਨੇ ਆਪਣੇ ਬਾਪ ਨੂੰ ਉਹਨੇ ਆਪਣੇ ਬੇਟੇ ਨੂੰ ਦੁਰਗੁਜ਼ਰ ਕਰ He ਦਿੱਤਾ। didn't even acknowledge him. ਉਹਨੇ ਕਹਿੰਦੇ ਕਿ ਹੈ ਹੀ ਨਹੀਂ ਮੇਰਾ ਪੁੱਤ। And this young lad, he really struggled with this. ਅਰੇ ਜਵਾਨ ਨੂੰ ਬਹੁਤ ਤਕਲੀਫ ਹੋਈ ਇਸ ਗੱਲ ਦੀ। And he was tempted to go back.
ਔਰ ਅਜ਼ਮਾਇਸ਼ ਨੂੰ ਆ ਗਈ ਕਿ ਮੈਂ ਮੁੜ ਕੇ ਜਾਵਾਂ ਜਿੱਥੋਂ ਆਇਆ, But in the end, it made him even stronger. ਪਰ ਉਹਦੇ ਕਰਕੇ ਉਹ ਜ਼ਿਆਦਾ ਹੋਰ ਅੰਦਰੋਂ ਮਜ਼ਬੂਤ ਹੋ ਗਿਆ। Christ must come first. ਪ੍ਰਭੂ ਯੀਸ਼ੂ ਮਸੀਹ ਨੂੰ ਪਹਿਲਾ ਦਰਜਾ ਮਿਲਣਾ ਚਾਹੀਦਾ। Over father, Jesus says, and then he says over mother. ਪ੍ਰਭੂ ਕਹਿੰਦੇ ਕਿ ਬਾਪ ਤੋਂ ਵੀ ਪਹਿਲਾਂ ਔਰ ਮਾਂ ਤੋਂ ਵੀ ਪਹਿਲਾ ਦਰਜਾ ਮਿਲਣਾ ਚਾਹੀਦਾ। Over our moms, ਸਾਡੀਆਂ ਮਾਵਾਂ ਤੋਂ ਵੀ, our dear moms, ਸਾਡੀਆਂ ਪਿਆਰੀਆਂ ਮਾਵਾਂ, who gave us birth in pain, ਉਹ ਮਾਵਾਂ ਜਿਨ੍ਹਾਂ ਨੇ ਦਰਦ ਝੱਲ ਕੇ ਸਾਨੂੰ ਜਨਮ ਦਿੱਤਾ, who fed us, ਜਿਨ੍ਹਾਂ ਨੇ ਸਾਨੂੰ ਖਿਲਾਇਆ, clothed us, ਸਾਡੇ ਕੱਪੜੇ ਪਾਏ ਉਹਨਾਂ ਨੇ, showed tender love towards us, ਸਾਨੂੰ ਪਿਆਰ ਦਿਖਾ ਲਿਆ, ਸਾਡੀ ਪਰਵਰਿਸ਼ ਕੀਤੀ, who made tremendous sacrifices for us. ਜਿਨ੍ਹਾਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਸਾਡੀ ਖਾਤਰ। If they come to us ਉਹ ਜਾਉਣ ਸਾਡੇ ਕੋਲ and they weep and they weep and they weep and say, look, please, please don't forsake your gods, your religion. ਸਾਡੀ ਮਾਮਾ ਸਾਡੇ ਕੋਲ ਆ ਕੇ ਰੋਣ, ਅੱਖਾਂ 'ਚ ਹੰਝੂ ਲੈ ਕੇ ਆਉਣ, ਉਹ ਕਹਿਣ ਮਿਹਰਬਾਨੀ ਕਰਕੇ ਪੁੱਤ, ਮਿਹਰਬਾਨੀ ਕਰਕੇ ਆਪਣੇ ਪੁਰਾਣੇ ਧਰਮ ਨੂੰ ਨਾ ਛੱਡ, I beg you. ਮੈਂ ਤੇਰੀ ਮਿਹਨਤ ਕਰਦੀ ਹਾਂ। Look at the disgrace and the shame it'll bring on the family. ਦੇਖ ਕਿੰਨੀ ਸ਼ਰਮਿੰਦਗੀ ਹੈਗੀ ਤੇਰੇ ਪਰਿਵਾਰ ਨੂੰ, ਕਿਉਂਕਿ ਤੂੰ ਹੋਰ ਧਰਮ ਵਿੱਚ ਚਲੇ ਗਿਆ। And we know of ਸਾਨੂੰ ਪਤਾ। someone who was converted. ਸਾਨੂੰ ਪਤਾ ਹੈ ਕਿ ਜਿਹਦੀ ਤੋਬਾ ਹੋਈ ਕੀਤੀ ਆ, And the mother was so upset. ਉਹਦੀ ਮਾਂ ਇੰਨੀ ਦੁਖੀ ਸੀਗੀ, She took her by the hair and dragged her ਉਹਨੂੰ to ਉਹਦੇ ਬਾਲਾਂ ਤੋਂ the ਫੜ ਕੇ picture of a guru and said, you must bow down. ਉਹਨੂੰ ਬਾਲਾਂ ਤੋਂ ਫੜ ਕੇ ਕਲੀਸਿਆ ਲੈ ਗਈ, ਫੋਟੋ ਮੋਰੇ, ਗੁਰੂਆਂ ਦੀ ਫੋਟੋ ਮੋਰੇ, ਕਹਿੰਦੀ ਮੱਥਾ ਟੇਕ ਇਹਨਾਂ ਨੂੰ। I mean, what do we do? ਜੇ ਸਰਨਾ ਹੋਵੇ ਤਾਂ ਕੀ ਕਰਾਂਗੇ? This is mom. ਇਹ ਸਾਡੀ ਮਾਂ ਹੈਗੀ ਜਿਹੜੀ ਕਹਿੰਦੀ Who's ਆ, been so loving towards us. ਉਹ ਮਾਂ ਜਿਹੜੀ ਇੰਨਾ ਪਿਆਰ ਕਰਦੀ ਹੈ ਸਾਨੂੰ। It's not easy. ਸੌਖਾ ਨਹੀਂ ਹੈਗਾ। But even then, ਉਦੋਂ ਵੀ Christ must take first place. ਪ੍ਰਭੂ ਯੀਸ਼ੂ ਮਸੀਹ ਪਹਿਲਾ ਦਰਜਾ ਰੱਖੇ, Because his sacrifice, ਕਿਉਂਕਿ ਉਹਦੀ ਕੁਰਬਾਨੀ, because his love, ਉਹਦੇ ਪਿਆਰ ਦੇ ਕਰਕੇ, because his tenderness ਉਹਦੀ ਨਰਮਾਈ ਦੇ ਕਰਕੇ is even greater than that of a mother. ਕਿਸੇ ਮਾਂ ਨਾਲੋਂ ਕਿਤੇ ਵੱਧ ਕੇ ਹੈਗਾ ਪਿਆਰ ਪ੍ਰਭੂ ਦਾ। He sacrificed his life to win on the cross to bring us to God. ਪ੍ਰਭੂ ਯੀਸ਼ੂ ਮਸੀਹ ਨੇ ਤਾਂ ਸਲੀਬ ਤੇ ਚੜ੍ਹ ਕੇ ਆਪਣੀ ਜਾਨ ਦੇਤੀ ਮੇਰੇ ਲਈ ਕਿ ਮੈਨੂੰ ਪਿਤਾ ਪਰਮੇਸ਼ਰ ਦੇ ਕੋਲ ਲੈ ਕੇ ਆਵੇ। Jesus says, verse 26, wife and children. ਕੀ ਲਿਖਿਆ 26 ਅਧਿਆਇ 'ਚ? ਮਾਂ, ਬਾਪ, ਬੱਚੇ ਔਰ ਮਾਂ ਤੀਵੀਂ। Those we are closest to, we have the most intimate relationship with. ਉਹ ਜਿਹਨਾਂ ਦੇ ਅਸੀਂ ਬਹੁਤ ਕਰੀਬ ਹੈਗੇ, ਜਿਹਨਾਂ ਦੇ ਨਾਲ ਸਾਡਾ ਇੱਕ ਡੂੰਘਾ ਗਹਿਰਾ ਖੂਨ ਦਾ ਰਿਸ਼ਤਾ ਹੈਗਾ। And your wife, ਤੁਹਾਡੀ ਪਤਨੀ who is very close to her husband, ਜਿਹੜੀ ਪਤੀ ਦੇ ਬਹੁਤ ਕਰੀਬ ਹੈਗੀ ਆ, he gave her everything. ਪਤੀ ਨੇ ਬਹੁਤ ਕੁਝ ਦਿੱਤਾ ਆਪਣੀ Big ਧੀ ਨੂੰ। house, double garage, ਵੱਡਾ ਘਰ ਦਿੱਤਾ, ਡਬਲ ਗੈਰੇਜ ਵਾਲਾ, nice car, ਸੋਹਣੀ ਸੋਹਣੀ ਗੱਡੀਆਂ ਦਿੱਤੀਆਂ, plenty of houses, they're rich. ਬੜੇ ਘਰ ਹੈਗੇ ਉਹਨਾਂ ਨੇ ਲਏ, ਕਿਰਾਏ ਤੇ ਚਾੜੇ ਹੈਗੇ ਆ, ਬੜੇ ਅਮੀਰ ਹੈਗੇ ਆ। But she just wasn't satisfied. ਉਹ ਖੁਸ਼ ਨਹੀਂ ਸੀ, She craved for more. ਉਹ ਚਾਹੁੰਦੀ ਕਿ ਮੈਨੂੰ ਹੋਰ ਮਿਲੇ, ਹੋਰ ਮਿਲੇ। And she found her answers in Christ. ਉਹਨੂੰ ਕਿਤੇ ਜਵਾਬ ਮਿਲਿਆ ਪ੍ਰਭੂ ਯੀਸ਼ੂ ਮਸੀਹ ਦੇ ਕੋਲ ਆ ਕੇ। As soon as that happened, ਜਦੋਂ ਇਦਾਂ ਹੋਇਆ, he started to hate her. ਉਹਨੇ ਆਪਣੀ ਧੀ ਨੂੰ ਨਫ਼ਰਤ ਕਰਨੀ ਸ਼ੁਰੂ ਕਰਤੀ, He began to swear at her. ਗਾਲਾਂ ਕੱਢਣ ਲੱਗ ਪਿਆ ਉਹਨੂੰ। He he stopped talking to her. ਉਹਨੇ ਧੀ ਨਾਲ ਬੋਲਣਾ ਬੰਦ ਕਰ ਦਿੱਤਾ। And this healthy relationship broke down. ਇਹ ਸੋਹਣਾ ਰਿਸ਼ਤਾ ਟੁੱਟ ਗਿਆ। It was a happy family. ਖੁਸ਼ ਪਰਿਵਾਰ ਸੀਗਾ, But ਪਰ Christ caused division ਪ੍ਰਭੂ ਯੀਸ਼ੂ ਮਸੀਹ ਨੇ ਕੀ ਕੀਤਾ? ਫਰਕੇ ਪਾਤੇ ਦੋਨਾਂ ਵਿੱਚ, and problems. ਮੁਸ਼ਕਿਲਾਂ ਪਾਤੀਆਂ। Luke chapter 12 verse 51, Jesus said, ਲੂਕਾ 12:51 ਪ੍ਰਭੂ ਕਹਿੰਦੇ ਆ, I have not come to bring peace but division. ਮੈਂ ਸਲਾਮਤੀ ਨਹੀਂ ਲੈ ਕੇ ਆਇਆ, ਮੈਂ ਬਲਕਿ ਮੈਂ ਜੁਦਾਈ ਲੈ ਕੇ ਆਇਆ ਹੈਗਾ। Against son and father, mother and daughter, ਬਾਪ ਦੇ ਬੇਟੇ ਦੇ ਵਿਚਕਾਰ, ਮਾਂ ਤੇ ਧੀ ਦੇ ਵਿਚਕਾਰ, ਆਦਮੀ ਤੀਵੀਂ ਦੇ ਵਿਚਕਾਰ, mother-in-law and daughter-in-law. ਸੱਸ ਦੇ ਵਿਚਕਾਰ ਤੇ ਨੂੰਹ ਦੇ ਵਿਚਕਾਰ। Often before there's peace in the home, there's war. ਇਸ ਤੋਂ ਪਹਿਲਾਂ ਕਿ ਘਰ 'ਚ ਅਮਨ ਸ਼ਾਂਤੀ ਹੋਵੇ, ਪਹਿਲਾਂ ਜੰਗ ਛੱਡਦੀ ਆ। I'm not saying this is the case every time. ਹਰੇਕ ਘਰ ਦੀ ਗੱਲ ਨਹੀਂ ਹੈਗੀ, ਹਰੇਕ ਵਾਰ ਨਹੀਂ ਹੁੰਦਾ। I'm not saying that we deliberately create war. ਇਹ ਨਹੀਂ ਕਹਿੰਦੇ ਕਿ ਜਾਣਬੁੱਝ ਆਪਣੇ ਘਰ 'ਚ ਕਲੇਸ਼ ਪਾਓ, But if there's a choice ਪਰ ਇੱਕ ਸਾਨੂੰ ਕੋਈ ਚੁਣੌਤੀ ਹੈਗੀ ਆ। between Christ and the family, Christ must come first. ਪਰਿਵਾਰ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਨੂੰ ਪਹਿਲਾ ਦਰਜਾ ਮਿਲਣਾ ਚਾਹੀਦਾ, ਜੋ ਮਰਜ਼ੀ ਹੋਈ ਹੋਵੇ ਬੇਸ਼ੱਕ। What about our children? ਸਾਡੇ ਬੱਚੇ ਉਹਨਾਂ ਬਾਰੇ ਕੀ ਖਿਆਲ ਆ? What about our grandchildren? ਸਾਡੇ ਪੋਤੇ ਪੋਤੀਆਂ, ਦੋਤੇ ਦੋਤੀਆਂ, You know, they can easily manipulate us.
ਬੱਚੇ ਕਿੰਨੀ ਜਲਦੀ ਮਾਂ-ਬਾਪ ਨੂੰ, ਬਾਬੇ ਦਾਦੀ ਨੂੰ, ਨਾਨੇ ਨਾਨੀ ਨੂੰ ਕਿੱਦਾਂ ਮੋੜ ਦਿੰਦੇ ਆ, especially grandchildren. ਖਾਸ ਕਰ ਜਿਹੜੇ ਸਾਡੇ ਨਿੱਕੇ ਨਵਾਸੇ ਹੈਗੇ ਆ। You know, it's great to be a grandparent. ਬਹੁਤ ਸੋਹਣਾ ਹੈਗਾ ਜਦੋਂ ਪ੍ਰਭੂ ਸਾਨੂੰ ਗ੍ਰੈਂਡ ਪੇਰੈਂਟਸ ਬਣਾਉਂਦਾ ਹੈਗਾ। We can have a soft spot for our grandchildren. ਸਾਡੇ ਬੱਚਿਆਂ ਦੇ ਲਈ ਸਾਡੇ ਦਿਲ ਦੇ ਵਿੱਚ ਇੱਕ ਜਗ੍ਹਾ ਬਣ ਜਾਂਦੀ, ਪਿਆਰ ਵਾਲੀ ਨਰਮ ਜਗ੍ਹਾ ਬਣ ਜਾਂਦੀ ਆ। They can make us do things that we thought we'd never do. ਬੱਚੇ ਸਾਡੇ ਕੋਲ ਉਹ ਕੰਮ ਕਰਾਉਂਦੇ ਆ ਜਿਹੜੇ ਅਸੀਂ ਕਦੇ ਸੋਚਿਆ ਨਹੀਂ ਸੀਗਾ ਕਿ ਅਸੀਂ ਕਰਾਂਗੇ। Oh, go on, granddad. Go on, grandma. ਆ ਬਾਬਾ ਦਾਦੀ ਚੱਲ ਕਰ ਲਾ ਕੋਈ ਨਹੀਂ। And they make you do things like putting silly hats on, ਤੁਹਾਡੇ ਕੋਲ ਕੀ ਕਰਦੇ ਆ, ਉਹ ਐਵੇਂ ਪੁੱਠੇ ਸਿੱਧੇ ਕੰਮ ਕਰਾਉਂਦੇ ਆ ਬਾਬੇ ਦਾਦੀ ਕੋਲੋਂ, ਨਾਨੇ ਨਾਨੀ having ਕੋਲੋਂ। fun, and that's good. ਖੁਸ਼ ਹੁੰਦੇ ਆ ਫਿਰ ਦੇਖ ਕੇ, ਸਾਨੂੰ ਵੀ ਖੁਸ਼ੀ ਮਿਲਦੀ ਦੇਖ ਕੇ। And you may even say, you know, having my children or grandchildren, ਤੁਸੀਂ ਕਹੋਗੇ ਕਿ ਮੈਨੂੰ ਮੇਰੇ ਬੱਚੇ ਲੈ ਕੇ, ਮੇਰੇ ਨਿੱਕੇ ਨਵਾਸੇ ਲੈ ਕੇ ਮੈਨੂੰ ਬੜੀ ਖੁਸ਼ੀ is ਮਿਲਦੀ one ਆ। of the best things that's happened to me. ਸਭ ਤੋਂ ਵਧੀਆ ਬਿਹਤਰ ਚੀਜ਼ ਮੇਰੀ ਜ਼ਿੰਦਗੀ 'ਚ ਹੋਈ ਆ। You know, we get to a certain age and we lost interest in life, but the grandchildren gave me a new lease of life. ਅਸੀਂ ਸਿਆਣੇ ਹੋਏ ਨੇ ਕਿ ਹੁੰਦਾ ਸਾਡੀ ਜ਼ਿੰਦਗੀ ਵਿੱਚ ਸਾਡੀ ਦਿਲਚਸਪੀ ਜਾਂਦੀ ਲੱਗਦੀ ਆ। ਫਿਰ ਜਦੋਂ ਸਾਡੇ ਨਿੱਕੇ ਨਿਆਣੇ ਆ ਜਾਂਦੇ ਹੈਗੇ ਆ, ਉਹਨਾਂ ਵਿੱਚ ਅਸੀਂ ਫਿਰ ਦੁਬਾਰਾ ਜ਼ਿੰਦਗੀ ਜੀਣ ਲੱਗ ਪੈਂਦੇ ਆ। But ਪਰ if you have a choice ਜੇ ਤੁਹਾਡੇ ਮੋਹਰੇ ਕੋਈ ਫੈਸਲਾ ਰੱਖੇ between your child or even grandchild, ਤੁਹਾਡੇ ਬੱਚਿਆਂ ਦੇ ਵਿਚਕਾਰ, ਤੁਹਾਡੇ ਜਿਹੜੇ ਪੋਤੇ ਪੋਤੀਆਂ, ਦੋਤੇ ਦੋਤੀਆਂ ਹੈਗੀਆਂ, ਇੱਕ ਪਾਸੇ ਉਹ ਹੋਣ that you cherish so much you would give your life for ਜਿਨ੍ਹਾਂ ਨੂੰ ਤੁਸੀਂ them, ਇੰਨਾ ਪਿਆਰ ਕਰਦੇ ਆ ਕਿ ਤੁਸੀਂ ਆਪਣੇ ਬੱਚਿਆਂ ਦੇ ਲਈ ਆਪਣੀ ਜਾਨ ਵੀ ਦੇਣ ਨੂੰ ਤਿਆਰ ਹੈਗੇ ਆ, and they are forcing you to compromise your faith, ਉਹ ਤੁਹਾਨੂੰ ਮਜਬੂਰ ਕਰਦੇ ਆ ਕਿ ਤੁਸੀਂ ਆਪਣੇ ਵਿਸ਼ਵਾਸ ਦੇ ਨਾਲ ਸਮਝੌਤਾ ਕਰੋ, even then Christ must take first. ਉਦੋਂ ਵੀ ਪ੍ਰਭੂ ਯਿਸੂ ਮਸੀਹ ਨੂੰ ਪਹਿਲਾ ਦਰਜਾ ਦਿਓ। He talks about brothers and sisters here. ਭਰਾਵਾਂ ਦੀ ਗੱਲ ਹੋ ਰਹੀ ਹੈ, ਭੈਣਾਂ ਦੀ ਗੱਲ ਹੋ ਰਹੀ ਆ। Some of you may know Gurnam Singh. He is now serving the Lord in Cyprus. ਜਾਣਦੇ ਹੋਗੇ ਭਾਈ ਗੁਰਨਾਮ ਸਿੰਘ ਹੁਣ ਸਾਈਪ੍ਰਸ ਵਿੱਚ ਪ੍ਰਭੂ ਦੀ ਸੇਵਾ ਕਰ ਰਹੇ ਆ। He was from a very strong Sikh background, but then ਬਹੁਤ- became a Christian. ਬਹੁਤ ਕੱਟੜ ਸਿੱਖ ਘਰਾਣੇ ਵਿੱਚੋਂ ਉਹਨਾਂ ਨੇ ਵਿਸ਼ਵਾਸ ਕੀਤਾ। When he became a Christian, ਜਦੋਂ ਉਹਨੇ ਵਿਸ਼ਵਾਸ ਕੀਤਾ, eventually he cut his hair and took his turban off. ਉਹਨੇ ਆਪਣੀ ਪੱਗ ਲਾਤੀ, ਆਪਣੇ ਕੇਸ਼ ਬਣਾ ਲਏ, And his family, his brothers in Leicester wanted to kill him. Leicester And ਵਿੱਚ he had to ਉਹਦਾ- flee for his life. ਲੈਸਟਰ ਵਿੱਚ ਉਹਦਾ ਭਰਾ, ਉਹਦੇ ਮਾਂ-ਬਾਪ ਸਾਰੇ ਉਹਦੀ ਜਾਨ ਦੇ ਦੁਸ਼ਮਣ ਬਣ ਗਏ, ਉਹਨੂੰ ਲੈਸਟਰ ਛੱਡ ਕੇ ਦੌੜਨਾ ਪਿਆ। Christ takes first place ਪ੍ਰਭੂ ਯਿਸੂ ਮਸੀਹ ਪਹਿਲਾ ਦਰਜਾ ਰਖਾਵੇ at any cost. ਕਿਸੇ ਵੀ ਕੀਮਤ ਵਿੱਚ। Jesus goes even further. ਪ੍ਰਭੂ ਹੋਰ ਅੱਗੇ ਜਾਂਦੇ ਆ। Verse 26. 26 ਆਇਤ ਪੜੋ। And your own life also. और अपनी जान से भी दुश्मनी ना करे। You got to hate your life, your own life. ਤੁਸੀਂ ਆਪਣੀ ਜਾਨ ਨਾਲ ਵੀ ਦੁਸ਼ਮਣੀ ਕਰੋ। Which means that we have to put Christ above our own life. ਕੀ ਮਤਲਬ? ਆਪਣੀ ਜ਼ਿੰਦਗੀ ਤੋਂ ਉੱਪਰ ਅਸੀਂ ਵੱਧ ਕੇ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਰੱਖੀਏ। And what does this mean? ਕੀ ਮਤਲਬ ਇਹਦਾ? It means he must increase and I must decrease. ਕੀ ਮਤਲਬ ਹੈਗਾ ਕਿ ਉਹ ਵਧੇ ਤਾਂ ਮੈਂ ਘਟਾਂ? It means I must be submissive to his command ਮੈਂ ਨੀਵਾਂ ਹੋਵਾਂ ਉਹਦੇ ਹੁਕਮ ਦੇ ਅੱਗੇ, and lay aside my ambitions and goals if they clash with the will of ਆਪਣੇ God. ਸ਼ੌਕ, ਆਪਣੀ ਜਿਹੜੀ ਮੇਰੀ ਸੋਚਾਂ ਹੈਗੀਆਂ, ਜਿਹੜੀ ਮੇਰੀ ਖੁਆਇਸ਼ਾਂ ਹੈਗੀਆਂ, ਉਹਨਾਂ ਨੂੰ ਇੱਕ ਪਾਸੇ ਰੱਖਾਂ। ਉਹ ਜੇ ਪ੍ਰਭੂ ਦੇ ਵਚਨ ਦੇ ਖਿਲਾਫ ਜਾਂਦੀਆਂ ਹੈਗੀਆਂ ਤਾਂ And sometimes we may even lose our lives. ਕਈ ਦਫਾ ਸਾਨੂੰ ਆਪਣੀ ਜ਼ਿੰਦਗੀ ਖੋਣੀ ਵੀ ਪੈਂਦੀ ਆ। Jesus said, if this is not the level of your commitment, ਪ੍ਰਭੂ ਕਹਿੰਦੇ ਕਿ ਜੇ ਤੁਹਾਡੀ ਲਗਨ ਦੀ ਹੱਦ ਇਹ ਨਹੀਂ ਹੈਗੀ, you cannot be my disciple. ਤੁਸੀਂ ਮੇਰੇ ਚੇਲੇ ਹਰਗਿਜ਼ ਨਹੀਂ ਬਣ ਸਕਦੇ। How many Christians ਕਿੰਨੇ ਵਿਸ਼ਵਾਸੀ ਆ who say they're Christians ਜਿਹੜੇ ਕਹਿੰਦੇ ਕਿ ਅਸੀਂ ਵਿਸ਼ਵਾਸ ਕਰਦੇ ਆ, are like shopkeepers that change the label? ਉਹ ਦੁਕਾਨਦਾਰ ਹੈਗੇ ਆ, ਉਹ ਲੇਬਰ ਬਦਲ ਲੈਂਦੇ ਆ। Now it's under new management. ਹੁਣ ਨਵੇਂ ਮਾਲਕ ਆ ਗਏ ਆ, The name has changed, ਨਾਮ ਬਦਲ ਗਿਆ, but the contents are the same. ਨਾਮ ਬਦਲ ਗਿਆ ਪਰ ਮਾਲ ਉਹੀ ਆ। We say our label has changed, we are now Christians, ਅਸੀਂ ਕਹਿੰਦੇ ਕਿ ਸਾਡੇ ਤਗਮੇ ਬਦਲ ਗਏ ਹੈਗੇ ਆ, ਲੇਬਲ ਬਦਲ ਗਏ ਹੈਗੇ, ਪਰ ਅਸੀਂ ਅੰਦਰੋਂ ਉਹੀ ਆ। but the contents of our life is the same. ਸਾਡੀ ਜ਼ਿੰਦਗੀਆਂ ਜਿਹੜੀਆਂ ਹੈਗੀਆਂ ਉਹ ਨਹੀਂ ਬਦਲੀਆਂ, ਉਹ ਬਿਲਕੁਲ ਉਦਾਂ ਦੀਆਂ ਆਈਆਂ। That's not discipleship. ਇਹ ਚੇਲੇ ਬਣਨ ਦਾ ਮਤਲਬ ਨਹੀਂ ਹੈਗਾ। There needs to be a radical change. ਇੱਕ ਵੱਡਾ ਬਦਲਾਵ ਹੋਣਾ ਚਾਹੀਦਾ ਜ਼ਿੰਦਗੀ ਵਿੱਚ। And this is not just for a few elite Christians. No, this is for every ਇਹ ਨਹੀਂ ਕਿ Christian. ਥੋੜ੍ਹੇ ਜਿਹੜੇ ਵਿਸ਼ਵਾਸੀ ਹੈਗੇ, ਮੁੱਠੀ ਭਰ ਵਿਸ਼ਵਾਸੀ, ਉਹਨਾਂ ਦੇ ਲਈ ਹੋਣਾ ਚਾਹੀਦਾ। ਨਹੀਂ,
ਇਹ ਹਰ ਇੱਕ ਵਿਸ਼ਵਾਸੀ ਦੇ ਲਈ ਹੋਣਾ ਚਾਹੀਦਾ। Because every Christian who becomes a Christian is signing their life away. ਹਰ ਕੋਈ ਇਨਸਾਨ ਜਿਹੜਾ ਵਿਸ਼ਵਾਸ ਕਰਦਾ ਹੈਗਾ ਉਹ ਆਪਣੀ ਜ਼ਿੰਦਗੀ ਪ੍ਰਭੂ ਦੇ ਨਾਮੇ ਲਿਖ ਦਿੰਦਾ। And saying, my life is not my own, it belongs to Christ. ਉਹ ਕੀ ਕਹਿੰਦੇ ਆ, ਮੇਰੀ ਜ਼ਿੰਦਗੀ ਹੁਣ ਮੇਰੀ ਨਹੀਂ ਰਹੀ ਹੈਗੀ, ਮੇਰੀ ਜ਼ਿੰਦਗੀ ਹੁਣ ਪ੍ਰਭੂ ਯੀਸ਼ੂ ਮਸੀਹ ਦੀ ਹੋ ਗਈ ਆ। And I love you more than anything else. ਪ੍ਰਭੂ ਮੈਂ ਤੈਨੂੰ ਹਰ ਚੀਜ਼ ਨਾਲੋਂ ਜ਼ਿਆਦਾ ਪਿਆਰ ਕਰਦਾ। And that can be painful and there's a cost involved. ਇਹਦਾ ਬੜਾ ਦਰਦ ਚੁਕਾਉਣਾ ਪੈਂਦਾ, ਦਰਦ ਹੁੰਦਾ, ਇਹਦੀ ਕੀਮਤ ਚੁਕਾਉਣੀ ਪੈਂਦੀ ਆ, ਪਰ ਆਹੀ ਕਰਨਾ ਪੈਂਦਾ ਸਾਨੂੰ। We have to put Christ above our families. ਪ੍ਰਭੂ ਯੀਸ਼ੂ ਮਸੀਹ ਨੂੰ ਆਪਣੇ ਪਰਿਵਾਰ ਤੋਂ ਮੋਹਰੇ ਰੱਖੋ। Secondly, verse 27, ਦੂਸਰੀ ਗੱਲ ਦੇਖੀਏ 27 ਆਇਤ। being a disciple means bearing the cross and following Christ. ਸ਼ਾਗਿਰਦ ਬਣਨ ਦਾ ਕੀ ਮਤਲਬ ਹੈਗਾ ਕਿ ਪ੍ਰਭੂ ਦੀ ਸਲੀਬ ਉਠਾ ਕੇ ਉਹਦੇ ਪਿੱਛੇ ਪਿੱਛੇ ਚੱਲਣਾ। People have misunderstood the cross. ਲੋਕਾਂ ਨੇ ਸਲੀਬ ਨੂੰ ਗਲਤ ਸਮਝਿਆ ਹੈਗਾ। You know, if they have some difficulties, some illness, or maybe problems in their marriage, ਕੋਈ ਮੁਸ਼ਕਿਲ ਆ ਗਈ, ਬਿਮਾਰ ਹੋ ਗਏ, ਪਰਿਵਾਰਿਕ ਜੀਵਨ 'ਚ they ਮੁਸ਼ਕਿਲ ਆ say, oh, ਗਈ, you know, this is the cross I got to bear in life. ਉਹ ਕਹਿੰਦੇ ਮੈਨੂੰ ਤਾਂ ਸਲੀਬ ਚੁੱਕ ਕੇ ਤੁਰਨੀ ਪੈਣੀ ਆ। But this is not what Jesus means by the cross. ਪ੍ਰਭੂ ਇਹ ਨਹੀਂ ਗੱਲ ਕਹਿ ਰਹੇ ਸਲੀਬ ਦੀ। These type of difficulties may even come to non-believers. ਅਨਵਿਸ਼ਵਾਸੀਆਂ ਦੇ ਨਾਲ ਵੀ ਇਹ ਮੁਸ਼ਕਿਲਾਂ ਆਉਣੀਆਂ ਉੱਤੇ ਵੀ। The cross is something that is exclusive to the Christian alone. ਸਲੀਬ ਉਹ ਹੈਗੀ ਆ ਜਿਹੜੀ ਕਿ ਵਿਸ਼ਵਾਸੀ ਦੇ ਲਈ ਇੱਕ ਅਲੱਗ ਹੀ ਚੀਜ਼ ਹੈਗੀ ਆ, ਇੱਕ ਫਰਕ ਚੀਜ਼ ਹੈਗੀ ਆ। In Jesus' day, ਪ੍ਰਭੂ ਯੀਸ਼ੂ ਮਸੀਹ ਦੇ ਦਿਨਾਂ ਵਿੱਚ a cross was not a pretty gold ornamental thing that you wore around your neck. ਸਲੀਬ ਉਹ ਨਹੀਂ ਸੀਗੀ ਕਿ ਸੋਨੇ ਦਾ ਕਰੂਸ ਬਣਾ ਕੇ ਗਲ 'ਚ ਪਾ ਕੇ ਲਟਕਾ ਕੇ ਅਸੀਂ ਲੋਕਾਂ ਨੂੰ ਦਿਖਾ ਲਈਏ ਕਿ ਮੈਂ No, ਸੋਨੇ ਦਾ it ਕਰੂਸ ਪਾਇਆ। was an instrument of torture and death. ਇੱਕ ਮੌਤ ਦਾ, ਇੱਕ ਸਤਾਵ ਦਾ ਔਜ਼ਾਰ ਸੀਗਾ ਸਲੀਬ। A condemned criminal ਜਿਹੜਾ ਦੋਸ਼ੀ ਮੁਜਰਮ ਜਿਹੜਾ ਹੈਗਾ would carry their cross ਉਹ ਆਪਣੀ ਸਲੀਬ ਉਠਾ ਕੇ ਚੱਲਦੇ ਸੀਗੇ to the place where they would be crucified and executed. ਉਹ ਜਗ੍ਹਾ ਤੇ ਜਿੱਥੇ ਜਾ ਕੇ ਉਹਨਾਂ ਨੂੰ ਸਲੀਬ ਦਿੱਤੇ ਜਾਣਾ, ਜਿੱਥੇ ਉਹਨਾਂ ਨੇ ਮਰਨਾ ਹੈਗਾ। And as they carried their cross, ਔਰ ਜਦੋਂ ਆਪਣੀ ਸਲੀਬ ਉਠਾ ਕੇ ਚੱਲਦੇ ਸੀਗੇ people would mock them and curse them and throw things at them ਲੋਕਾਂ ਨੇ ਮਜ਼ਾਕ ਕਰਨਾ, ਗਾਲਾਂ ਕੱਢਣੀਆਂ, ਪੱਥਰ ਮਾਰਨੇ ਉਹਨਾਂ ਦੇ, because they were criminals. ਕਿਉਂਕਿ ਮੁਜਰਮ ਸੀਗੇ। Jesus is saying, ਪ੍ਰਭੂ ਯੀਸ਼ੂ ਮਸੀਹ ਕਹਿੰਦੇ ਆ if we are disciples of Christ, ਕਿ ਜੇ ਤੁਸੀਂ ਮੇਰੇ ਚੇਲੇ ਹੈਗੇ ਆ, we have to be prepared ਤਿਆਰ ਹੋਵੋ। willingly, voluntarily to carry the cross. ਖੁਸ਼ੀ ਦੇ ਨਾਲ ਤਿਆਰ ਹੋਵੋ ਸਲੀਬ ਚੁੱਕ ਕੇ ਮੇਰੇ ਮਗਰ ਚੱਲਣ ਦੇ ਲਈ। That is face mockings and persecutions and the shame ਲੋਕਾਂ ਨੇ of ਤੁਹਾਡਾ being ਮਜ਼ਾਕ ਵੀ loyal to ਕਰਨਾ, Christ. ਲੋਕਾਂ ਨੇ ਤੁਹਾਡਾ ਮਜ਼ਾਕ ਵੀ ਕਰਨਾ, ਲੋਕਾਂ ਨੇ ਤੁਹਾਨੂੰ ਠੱਠੇ ਵੀ ਕਰਨੇ ਆ, ਲੋਕਾਂ ਨੇ ਗਾਲਾਂ ਵੀ ਕੱਢਣੀਆਂ, ਲੋਕਾਂ ਨੇ ਮਾਰਨਾ ਵੀ ਹੈਗਾ ਕਿ ਤੁਸੀਂ ਪ੍ਰਭੂ ਦੇ ਮਗਰ ਚੱਲਦੇ ਆ। Don't go around looking for trouble. ਜਾ ਕੇ ਆਪ ਨਾ ਲੱਭੋ ਮੁਸ਼ਕਿਲਾਂ ਨੂੰ, Don't be deliberately provocative. ਜਾਣ ਬੁੱਝ ਕੇ ਕਿਸੇ ਨੂੰ ਦੁਖੀ ਨਾ ਕਰੋ। But if you follow Christ, ਪਰ ਜੇ ਤੁਸੀਂ ਪ੍ਰਭੂ ਯੀਸ਼ੂ ਮਸੀਹ ਦੇ ਮਗਰ ਚੱਲਦੇ ਆ, because the world hates Christ and crucified Christ, it'll also hate you. ਕਿਉਂਕਿ ਦੁਨੀਆ ਨੇ ਪ੍ਰਭੂ ਯੀਸ਼ੂ ਮਸੀਹ ਨਾਲ ਨਫ਼ਰਤ ਕੀਤੀ ਆ, ਕਿਉਂਕਿ ਦੁਨੀਆ ਨੇ ਪ੍ਰਭੂ ਨੂੰ ਸਤਾ ਕੇ ਉਹਨਾਂ ਨੂੰ ਮਾਰਿਆ, ਤੁਹਾਡੇ ਨਾਲ ਵੀ ਲੋਕੀ ਇਹੀ ਕਰੂਗੇ। If you're a young teenager ਜੇ ਤੁਸੀਂ ਜਵਾਨ ਹੈਗੇ ਅੱਜ and you're ਕੱਲ੍ਹ, a Christian ਤੁਸੀਂ ਵਿਸ਼ਵਾਸ ਕਰਦੇ ਆ, and you want to honor Christ by keeping your life pure, ਤੁਸੀਂ ਪ੍ਰਭੂ ਦਾ ਆਦਰ ਕਰਨਾ ਚਾਹੁੰਦੇ ਆਪਣੀ ਜ਼ਿੰਦਗੀ ਪਾਕ ਪਵਿੱਤਰ ਰੱਖ ਕੇ, you don't engage in sexual immorality before marriage, ਵਿਆਹ ਤੋਂ ਪਹਿਲਾਂ ਹਰਾਮਕਾਰੀ ਨਾ ਕਰੋ, your friends may mock you. ਤੁਹਾਡੇ ਦੋਸਤ ਤੁਹਾਡਾ ਮਜ਼ਾਕ Oh, ਉਡਾਓਗੇ, look at you. ਉਹ ਦੇਖੋ ਇਹਦੇ ਵੱਲ, Are you gay? ਤੂੰ ਹੋਰ ਤਰ੍ਹਾਂ ਦਾ, What's wrong with you? Why don't you have girlfriends and boyfriends? ਕੀ ਹੋ ਗਿਆ ਤੈਨੂੰ, ਤੇਰੀ ਗਰਲਫ੍ਰੈਂਡ ਕਿਉਂ ਨਹੀਂ ਹੈਗੀ, ਬॉयਫ੍ਰੈਂਡ ਕਿਉਂ ਨਹੀਂ ਹੈਗਾ, You'll be mocked. ਤੁਹਾਡਾ ਮਜ਼ਾਕ ਉਡਾਓਗੇ। People at work may take advantage of you because Come- you're hardworking. ਕੰਮ ਤੇ ਲੋਕੀ ਤੁਹਾਡਾ ਫਾਇਦਾ ਉਠਾਓਗੇ ਕਿਉਂਕਿ ਤੁਸੀਂ ਮਿਹਨਤੀ ਹੈਗੇ, ਚੰਗੇ ਹੈਗੇ ਆ। They may make you feel inferior. They may leave you out of things because ਉਦੋਂ of ਤਾਂ- your faith. ਉਦੋਂ ਤਾਂ ਤੁਹਾਨੂੰ ਕਹਿਣ ਕਿ ਇਹ ਤਾਂ ਕੁਛ ਵੀ ਨਹੀਂ ਹੈਗਾ, ਇਹ ਤਾਂ ਛੋਟਾ ਜਿਹਾ ਹੈਗਾ, ਜਾਂ ਆਪਣੀ ਗੱਲਾਂ ਵਿੱਚ ਤੁਹਾਨੂੰ ਬਾਹਰ ਰਹਿਣ ਦਿਓਗੇ, ਉਹ ਸੋਚੂਗੇ ਕਿ ਇਹਦਾ ਤਾਂ ਕੋਈ ਫਾਇਦਾ ਨਹੀਂ Because ਹੈਗਾ। you don't use bad language. ਤੁਸੀਂ ਉਹਨਾਂ ਵਾਂਗੇ ਗਾਲਾਂ ਨਹੀਂ ਕੱਢਦੇ। And when you make a mistake, ਜਦੋਂ ਤੁਹਾਡੇ ਕੋਲ ਕਦੇ ਕੋਈ ਗਲਤੀ ਹੋਈ ਵੇ, might be a little mistake, ਨਿੱਕੀ ਜਿਹੀ ਗਲਤੀ ਹੋਵੇ ਕੋਈ, they'll pounce on you. ਉਸੇ ਵੇਲੇ ਛਾ ਜਾਂਦੇ ਆ। I thought you were a Christian. ਮੈਂ ਤਾਂ ਸੋਚਿਆ ਸੀਗਾ ਕਿ ਤੂੰ ਵੇ ਵਿਸ਼ਵਾਸੀ ਆ। This is the cross we have to bear. ਇਹ ਸਲੀਬ ਹੈਗੀ ਆ ਜਿਹੜੀ ਸਾਨੂੰ ਉਠਾ ਕੇ ਚੱਲਣੀ ਪੈਂਦੀ ਆ। If you don't want to bear it, ਜੇ ਨਹੀਂ ਉਠਾਉਣੀ, Jesus said you can't be my disciple. ਪ੍ਰਭੂ ਕਹਿੰਦੇ ਤੁਸੀਂ ਮੇਰੇ ਚੇਲੇ ਨਹੀਂ ਹੋ ਸਕਦੇ। If you don't want to bear it, ਜੇ ਨਹੀਂ ਉਠਾਉਣੀ ਹੈਗੀ you ਸਲੀਬ, just blend in and be like everybody ਫਿਰ else. ਦੁਨੀਆ ਵਰਗੇ ਬਣ ਜਾਓ, ਦੁਨੀਆ ਦੇ ਨਾਲ ਘੁਲ ਮਿਲ ਜਾਓ। In 1999, 1999 ਦੇ ਵਿੱਚ there was an incident
of a shooting that took place in America. ਅਮਰੀਕਾ ਵਿੱਚ ਹਾਦਸਾ ਹੋਇਆ ਜਿੱਥੇ ਕਿ ਗੋਲੀ ਚੱਲੀ। One of the girls that was shot ਇੱਕ was a ਲੜਕੀ ਜਿਹਦੇ Christian. ਗੋਲੀ ਲੱਗੀ She was a Christian. ਉਹ ਕ੍ਰਿਸਚੀਅਨ ਸੀਗੀ। Her killers put a gun to her head ਉਹਦੇ ਮਾਰਨ ਵਾਲਿਆਂ ਨੇ ਉਹਦੇ ਸਿਰ ਤੇ ਬੰਦੂਕ ਰੱਖ ਕੇ ਤੇ ਉਹਦੀ ਗੋਲੀ ਚਲਾਤੀ। and asked her, ਉਹਨੂੰ ਪੁੱਛਿਆ "Do you believe in God or not?" ਕਿ ਤੂੰ ਰੱਬ ਵਿੱਚ ਵਿਸ਼ਵਾਸ ਕਰਦੀ ਕਿ ਨਹੀਂ। She knew ਉਹਨੂੰ ਪਤਾ ਸੀਗਾ if she said yes, she probably would be shot. ਜੇ ਮੈਂ ਕਹਤਾ ਹਾਂ ਤੇ ਇਹਨਾਂ ਨੇ ਮੈਨੂੰ ਗੋਲੀ ਮਾਰ ਦੇਣੀ ਆ। She said, "Yes, I do." ਕਹਿੰਦੀ ਹਾਂ ਮੈਂ ਵਿਸ਼ਵਾਸ ਕਰਦੀ ਹਾਂ। And she was shot. ਉਹਦੀ ਗੋਲੀ ਮਾਰਤੀ। There are people who face this type of thing even today. in ਐਸੇ some ਲੋਕ ਹੈਗੇ countries. ਜਿਨ੍ਹਾਂ ਨੂੰ ਅੱਜ ਵੀ ਐਸੀਆਂ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ। Thank God we don't have to face this. ਪ੍ਰਭੂ ਦਾ ਧੰਨਵਾਦ ਹੋਵੇ ਕਿ ਸਾਨੂੰ ਨਹੀਂ ਕਰਨਾ ਪੈਂਦਾ। But this is the cross we have to bear. ਪਰ ਇਹ ਉਹ ਸਲੀਬ ਆ ਜਿਹੜੀ ਉਠਾ ਕੇ ਸਾਨੂੰ ਚੱਲਣਾ ਪੈਂਦਾ ਪ੍ਰਭੂ ਮਗਰ। If we follow Christ, sometimes even death. ਕਈ ਦਫਾ ਮੌਤ ਵੀ ਸਾਨੂੰ ਆਉਂਦੀ ਆ। Persecution will come to us. ਸਤਾਵ ਆਊਗਾ ਸਾਡੇ ਉੱਤੇ। So being a Christian ਵਿਸ਼ਵਾਸੀ ਹੋਣਾ involves paying the cost. ਇਹਦਾ ਕੀ ਮਤਲਬ ਹੈਗਾ ਕੀਮਤ ਚੁਕਾਉਣੀ। We got to put Christ above our families ਪ੍ਰਭੂ ਯਿਸੂ ਮਸੀਹ ਨੂੰ ਆਪਣੇ ਪਰਿਵਾਰ ਤੋਂ ਉੱਪਰ ਦਰਜਾ ਦੇਣਾ, and ourselves. ਆਪਣੇ ਆਪ ਤੋਂ ਉੱਚਾ ਦਰਜਾ ਦੇਣਾ। It means bearing the cross. It means taking persecution, secondly. ਸਲੀਬ ਉਠਾ ਕੇ ਚੱਲਣਾ ਔਰ ਸਤਾਵ ਉਠਾਉਣਾ ਦੂਸਰੀ ਗੱਲ ਹੈਗੀ ਆ। And verse 33 ਤੇਤੀਆ ਦੇਖੋ tells us that we are to forsake all. It says this, "So likewise, whoever of you does not forsake all that he has cannot be my disciple." प्रभु कहते कि पास इसी तरह तुम में से जो कोई अपने साथ कुछ तर्क ना करे वो मेरा शागिर्द नहीं हो सकता। He's talking here about possessions. प्रभु कहते हैं माल दी गल कर दिया। Does it mean I have to give all my possessions away and live a life of poverty and become a hermit? कि ये मतलब हैगा कि मैनू सारा कुछ अपना माल दे के तो मैं गरीबी दी जिंदगी गुजारा। No, yes, some are called to do that, to give up their riches to serve the Lord ਹੈਗੇ and ਕਈ give up ਲੋਕੀ their lucrative jobs and careers. ਹੈਗੇ ਕਈ ਲੋਕੀ ਜਿਨ੍ਹਾਂ ਨੂੰ ਕਿਹਾ ਜਾਂਦਾ ਪ੍ਰਭੂ ਨੇ ਕਿਹਾ ਹੈਗਾ ਕਿ ਤੁਸੀਂ ਆਪਣੇ ਪੈਸੇ ਦਿਓ ਮੇਰੀ ਖਾਤਰ ਜਾਂ ਆਪਣੇ ਕੰਮ ਛੱਡੋ ਨੌਕਰੀਆਂ ਛੱਡੋ ਵਧੀਆ ਨੌਕਰੀ ਛੱਡੋ ਤਾਂ ਕਿ ਤੁਸੀਂ ਮੇਰੀ ਸੇਵਾ ਕਰੋ। That is a calling for some, not for all. ਇਹ ਸਾਰਿਆਂ ਦੇ ਲਈ ਨਹੀਂ, ਇਹ ਕਿਸੇ ਦੇ ਲਈ ਇਦਾਂ ਦਾ ਸੱਦਾ ਹੁੰਦਾ। But what Jesus is saying is this: ਪ੍ਰਭੂ ਕੀ ਕਹਿ ਰਹੇ ਹੈਗੇ ਆ if you are a Christian, ਜੇ ਤੁਸੀਂ ਵਿਸ਼ਵਾਸੀ ਹੈਗੇ ਆ you have been bought with a price. ਤੁਸੀਂ ਕੀਮਤ ਦੇ ਨਾਲ ਖਰੀਦੇ ਗਏ You ਆ। are not your own. ਤੁਸੀਂ ਆਪਣੇ ਨਹੀਂ ਹੈਗੇ। You don't belong to yourself. ਹਾਂ ਤੁਸੀਂ ਆਪਣੇ ਨਹੀਂ ਰਹੇ ਹੈਗੇ। Everything you have, ਜੋ ਕੁਝ ਵੀ ਤੁਹਾਡੇ ਕੋਲ ਹੈ everything now belongs to Christ. ਜੋ ਕੁਝ ਵੀ ਤੁਹਾਡਾ ਹੈ ਸਾਰਾ ਕੁਝ ਉਹ ਹੁਣ ਪ੍ਰਭੂ ਯਿਸੂ ਮਸੀਹ ਦਾ ਹੋ ਗਿਆ। Your house, your car, your bank account, everything. ਤੁਹਾਡਾ ਘਰ, ਤੁਹਾਡੀ ਗੱਡੀ, ਤੁਹਾਡਾ ਬੈਂਕ ਅਕਾਊਂਟ, ਸਾਰਾ ਕੁਝ ਜੋ ਤੁਹਾਡਾ ਹੈਗਾ ਉਹ ਹੁਣ ਪ੍ਰਭੂ ਯਿਸੂ ਮਸੀਹ ਦਾ ਹੋ ਗਿਆ। And I am to use it in a way that glorifies God. ਹੁਣ ਇਸ ਤਰ੍ਹਾਂ ਉਹਨਾਂ ਚੀਜ਼ਾਂ ਦਾ ਇਸਤੇਮਾਲ ਕਰੋ ਜਿਹਦੇ ਦੁਆਰਾ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਹੁੰਦੀ ਹੈ। Somebody needs a lift to church. ਕਿਸੇ ਨੂੰ ਚਾਹੀਦਾ ਚਰਚ ਜਾਣਾ ਗੱਡੀ ਵਿੱਚ, Do we avoid it? ਅਸੀਂ ਕੀ ਦੂਸਰੇ ਪਾਸੇ ਮੂੰਹ ਕਰ ਲੈਂਦੇ ਆ। No, not my car. ਨਹੀਂ ਮੇਰੀ ਗੱਡੀ 'ਚ ਨਹੀਂ ਬੈਠ ਸਕਦੇ। It's not your car. It belongs to Christ. You are to use it for His service. ਤੁਹਾਡੀ ਗੱਡੀ ਨਹੀਂ ਹੈਗੀ ਉਹ, ਤੁਸੀਂ ਪ੍ਰਭੂ ਯਿਸੂ ਮਸੀਹ ਦੀ ਸੇਵਾ ਦੇ ਲਈ ਉਹ ਗੱਡੀ ਅਰਪਣ ਕੀਤੀ ਆ। Your house can be a place of hospitality. ਤੁਹਾਡਾ ਘਰ ਉਹ ਜਗ੍ਹਾ ਹੋਣੀ ਹੋ ਸਕਦੀ ਆ ਜਿੱਥੇ ਮਹਿਮਾਨ ਨਵਾਜ਼ੀ ਹੋਵੇ ਲੋਕਾਂ ਦੀ। We are not to waste our money. ਆਪਣੇ ਪੈਸੇ ਖਰਾਬ ਨਾ ਕਰੋ। Yes, we have full obligations to our family. ਹਾਂ ਸਾਡੇ ਜ਼ਿੰਮੇਵਾਰੀ ਹੈਗੀਆਂ ਪਰਿਵਾਰ ਦੇ We ਲਈ, need to pay our bills. ਆਪਣੇ ਬਿੱਲ ਦਿਓ। But we are to be extremely generous and not tight-fisted when it comes to the cause of the gospel. ਪਰ ਬਹੁਤ ਖੁਸ਼ ਦਿਲ ਹੋ ਕੇ, ਖੁੱਲੇ ਦਿਲ ਵਾਲੇ ਹੋ ਕੇ, ਹੱਥ ਖੋਲ ਕੇ ਪ੍ਰਭੂ ਦੀ ਇੰਜੀਲ ਦੇ ਲਈ ਆਪਣੇ ਪੈਸੇ ਦਿਓ, ਨਾ ਕਿ ਮੁੱਠੀ ਬੰਦ ਕਰਕੇ ਰੱਖੋ। What made early Christians so convincing? ਜਿਹੜੇ ਪਹਿਲੇ ਵਿਸ਼ਵਾਸੀ ਸੀਗੇ ਕਿਉਂ ਲੋਕੀ ਉਹਨਾਂ ਤੇ ਜਲਦੀ ਯਕੀਨ ਕਰ ਲੈਂਦੇ ਸੀਗੇ? Why were 3,000 people converted in one day and baptized in a city that was hostile to the gospel? ਕਿਉਂ ਹੈਗਾ ਉਹ ਸ਼ਹਿਰ ਦੇ ਵਿੱਚ ਜਿੱਥੇ ਲੋਕੀ ਨਫ਼ਰਤ ਕਰਦੇ ਸੀਗੇ ਵਿਸ਼ਵਾਸੀਆਂ ਨੂੰ, ਉਹ ਸ਼ਹਿਰ ਦੇ ਵਿੱਚ 3000 ਲੋਕਾਂ ਨੇ ਵਿਸ਼ਵਾਸ ਕਰਕੇ ਇੱਕ ਦਿਨ ਦੇ ਵਿੱਚ 3000 ਨੇ ਬਪਤਿਸਮਾ ਲਿਆ। ਕਿਉਂ? In Acts chapter 2 verse 41. ਰਸੂਲਾਂ ਦੇ ਕਰਤੱਵ A 2:40 city ਵਿੱਚ where Jesus was rejected and murdered. Why? ਉਹ ਸ਼ਹਿਰ ਜਿੱਥੇ ਪ੍ਰਭੂ ਯਿਸੂ ਮਸੀਹ ਦਾ ਇਨਕਾਰ ਕੀਤਾ ਗਿਆ, ਜਿੱਥੇ ਪ੍ਰਭੂ ਯਿਸੂ ਮਸੀਹ ਮਾਰੇ ਗਏ,
ਉਸ ਹੀ ਸ਼ਹਿਰ ਦੇ ਵਿੱਚ, It was because of the commitment and the lifestyle of Christians. ਕਿਉਂਕਿ ਵਿਸ਼ਵਾਸੀਆਂ ਦੀ ਜ਼ਿੰਦਗੀ ਦੇ ਕੇ, ਵਿਸ਼ਵਾਸੀਆਂ ਦੀ ਲਗਨ ਦੇ ਕੇ, ਉਹਨਾਂ ਦਾ ਪਿਆਰ ਦੇ ਕੇ ਤਾਂ ਇਹ ਸਾਰਾ ਕੁਝ ਹੋਇਆ। It was the Holy Spirit breathing the life and the image of Jesus into a people who literally left everything. ਪਰਮੇਸ਼ਰ ਪਵਿੱਤਰ ਆਤਮਾ ਉਹਨਾਂ ਉੱਤੇ ਆ ਕੇ ਟਿਕਿਆ, ਉਹਨਾਂ ਲੋਕਾਂ ਉੱਤੇ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਛੱਡ ਦਿੱਤਾ ਪ੍ਰਭੂ ਯਿਸੂ ਮਸੀਹ ਦੇ ਲਈ, ਔਰ ਪ੍ਰਭੂ ਦੇ ਮਗਰ ਚੱਲ ਪਏ ਵਿਸ਼ਵਾਸ And ਦੇ they were ਨਾਲ। willing to suffer anything. ਪ੍ਰਭੂ ਦੇ ਲਈ ਕੁਝ ਵੀ ਦੁੱਖ ਉਠਾਉਣ ਦੇ ਲਈ ਤਿਆਰ ਸੀਗੇ। And they were ready to give all they had, their possessions, even their time and their blood. That's death. ਆਪਣਾ ਪੈਸਾ, ਆਪਣੀ ਜਾਨ, ਆਪਣਾ ਖੂਨ ਵੀ ਉਹ ਪ੍ਰਭੂ ਦੇ ਲਈ ਦੇਣ ਨੂੰ ਤਿਆਰ ਸੀਗੇ ਕਿ ਜੋ ਮਰਜ਼ੀ ਸਾਨੂੰ ਪ੍ਰਭੂ ਦੇ ਲਈ ਦੇਣਾ ਪਵੇ ਅਸੀਂ ਤਿਆਰ ਹਾਂ। To show that their message was the only truth that can save men's souls from eternal ਤਾਂ ਕਿ suffering. ਲੋਕਾਂ ਨੂੰ ਯਕੀਨ ਆਵੇ ਸੁਣ ਕੇ ਕਿ ਜਿਹੜਾ ਪੈਗਾਮ ਅਸੀਂ ਤੁਹਾਨੂੰ ਦਿੰਨੇ ਹੈਗੇ ਪ੍ਰਭੂ ਯਿਸੂ ਮਸੀਹ ਦੇ ਬਾਰੇ, ਉਹ ਇੱਕੋ ਹੀ ਰਾਹ ਹੈਗਾ ਲੋਕਾਂ ਨੂੰ ਨਰਕ ਤੋਂ ਬਚਾਉਣ ਦਾ ਔਰ ਅਨੰਤ ਜੀਵਨ ਹਾਸਲ ਕਰਨ We ਦਾ। are called to forsake all. ਸਾਨੂੰ ਕੀ ਸੱਦਾ ਦਿੱਤਾ ਗਿਆ ਕਿ ਸਾਰਿਆਂ ਨੂੰ ਛੱਡ ਦਿਓ, To use all that we have in a way that glorifies Christ. ਜੋ ਸਾਡੇ ਕੋਲ ਹੈ ਉਹ ਸਭ ਕੁਝ ਦਾ ਅਸੀਂ ਇਸਤੇਮਾਲ ਕਰੀਏ ਆਪਣੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੂੰ ਮਹਿਮਾ ਦੇਣ ਦੇ ਲਈ। And if need be, give it all up for Him. ਜੇ ਜ਼ਰੂਰਤ ਪਵੇ ਤਾਂ ਛੱਡ ਦਿਓ ਸਾਰਾ ਕੁਝ ਪ੍ਰਭੂ ਦੇ ਲਈ। If we're not prepared to do this, ਅਸੀਂ ਜੇ ਇਹ ਕਰਨ ਨੂੰ ਤਿਆਰ ਨਹੀਂ ਹੈਗੇ, Jesus says ਪ੍ਰਭੂ ਕੀ ਕਹਿੰਦੇ ਆ in verse 33, 33 ਆਇਤ ਵਿੱਚ, you cannot be my disciple. ਤੁਮ ਮੇਰੇ ਸ਼ਾਗਿਰਦ ਨਹੀਂ ਹੋ ਸਕਤੇ। That's the cost of discipleship. ਇਹ ਹੈ ਕਿ ਕੀਮਤ ਚੁਕਾਉਣੀ ਹੈ ਕਿ ਚੇਲਾ ਬਣਨ ਦੀ। Christ must come first. ਪ੍ਰਭੂ ਯਿਸੂ ਮਸੀਹ ਹਰ ਹਿੱਲੇ ਪਹਿਲਾ ਦਰਜਾ ਰੱਖਣ, Over our family, over ourselves. ਸਾਡੇ ਪਰਿਵਾਰ ਉੱਤੇ, ਸਭ ਤੋਂ ਸਾਡੇ ਉੱਤੇ We must face persecution. ਸਤਾਵ ਦਾ ਜੀ ਸਾਹਮਣਾ ਕਰੀਏ, We must forsake all. ਸਾਰਿਆਂ ਨੂੰ ਅਸੀਂ ਤਰਕ ਕਰੀਏ। I don't have time to look at the rest of this passage, ਬਾਕੀ ਤਾਂ ਦੇਖਣ ਨੂੰ ਸਮਾਂ ਨਹੀਂ ਹੈਗਾ ਆਇਤਾਂ but ਨੂੰ। Jesus tells two short parables of a man building a tower ਪ੍ਰਭੂ ਦੋ ਤਮਸੀਲਾਂ ਦਿੰਦੇ ਆ, ਇੱਕ ਆਦਮੀ ਦਾ ਜਿਹੜਾ ਬੁਰਜ ਬਣਾਉਂਦਾ and a king going to war. ਔਰ ਰਾਜਾ ਜਾਂਦਾ ਲੜਾਈ ਕਰਨ ਦੇ ਲਈ। But the lesson is very simple. ਸਬਕ ਇੱਕੋ ਹੀ ਆ, They are to consider, they are to think things through before they do anything. ਜਾਣ ਤੋਂ ਪਹਿਲਾਂ, ਕਰਨ ਤੋਂ ਪਹਿਲਾਂ ਬੈਠ ਕੇ ਹਿਸਾਬ ਲਾਓ, ਬੈਠ ਕੇ ਸੋਚੋ, They are to count the cost. ਪਹਿਲਾਂ ਕੀਮਤ ਦਾ ਹਿਸਾਬ ਲਗਾਓ। Becoming a Christian is the greatest thing in the world. ਵਿਸ਼ਵਾਸੀ ਬਣਨਾ ਜ਼ਿੰਦਗੀ ਵਿੱਚ, ਦੁਨੀਆ ਵਿੱਚ ਸਭ ਤੋਂ ਵੱਡੀ ਚੀਜ਼ ਹੈਗੀ We ਆ। have eternal life. We're reconciled to God. ਸਾਡੀ ਜ਼ਿੰਦਗੀ ਬਦਲ ਜਾਂਦੀ ਆ, ਸਾਡਾ ਮਿਲਾਪ ਪਰਮੇਸ਼ਰ ਪਿਤਾ ਪਰਮੇਸ਼ਰ ਨਾਲ ਹੋ ਜਾਂਦਾ। We have peace with God. ਪਰਮੇਸ਼ਰ ਦੇ ਨਾਲ ਸਾਡਾ ਮਿਲਾਪ ਹੁੰਦਾ, ਸ਼ਾਂਤੀ ਹੁੰਦੀ ਆ, Our souls are satisfied. ਸਾਡੀਆਂ ਰੂਹਾਂ ਤ੍ਰਿਪਤ ਹੁੰਦੀਆਂ। The Lord is with us ਪਰਮੇਸ਼ਰ ਸਾਡੇ ਨਾਲ ਹੈਗੇ ਆ in the storms of life. ਜ਼ਿੰਦਗੀ ਦੇ ਤੂਫਾਨਾਂ ਦੇ ਵਿੱਚ। But that's not the only thing. ਪਰ ਸਿਰਫ ਗੱਲ ਇੱਥੇ ਨਹੀਂ ਮੁੱਕਦੀ, There is a cost involved. ਕੀਮਤ ਅਦਾ ਕਰਨੀ ਪੈਂਦੀ ਆ। And we need to be prepared for ਅਸੀਂ ਤਿਆਰ this. ਹੋਈਏ, We need to be committed to Christ. Totally. ਸਾਡੀ ਲਗਨ ਹੋਣੀ ਚਾਹੀਦੀ ਪ੍ਰਭੂ ਦੇ ਲਈ। Because Martin Luther said, ਮਾਰਟਿਨ ਲੂਥਰ ਨੇ ਕਿਹਾ, a religion that gives nothing, ਉਹ ਧਰਮ ਜਿਹੜਾ ਕੁਝ ਦਿੰਦਾ ਨਹੀਂ ਕਿਸੇ ਨੂੰ ਕੁਛ, that costs nothing, ਉਹ ਧਰਮ ਜਿਹਦੀ ਕੀਮਤ ਨਹੀਂ ਚੁਕਾਉਣੀ ਪੈਂਦੀ ਕਿਸੇ ਕੋਈ ਵੀ, and suffers nothing, ਔਰ ਕੋਈ ਸਾਨੂੰ ਦੁੱਖ ਨਹੀਂ ਉਠਾਉਣਾ ਪੈਂਦਾ, is worth nothing. ਵਿਅਰਥ ਹੈਗਾ। Amen. ਆਮੀਨ। Let's have our closing hymn, after which we will close with a word of prayer. ਆਓ ਅਸੀਂ ਹੁਣ ਆਪਣਾ ਅਖੀਰਲਾ ਗੀਤ ਗਾਈਏ ਜਿਹੜਾ ਪਰਦੇ ਤੇ ਆਊਗਾ, ਉਸ ਤੋਂ ਬਾਅਦ ਫਿਰ ਅਸੀਂ ਪ੍ਰਾਰਥਨਾ ਦੀ ਮੀਟਿੰਗ ਬੰਦ ਕਰਾਂਗੇ। So
पढ़ कर हृदयों को शांत बना देंगे। हम दुख के सहने वाले हैं, उफ तक नहीं करने वाले हैं, और पीछे प्यारे यीशु के चलने की राह बता देंगे। हम यीशु मसीह के चेले हैं, दुनिया में धूम मचा देंगे। जो नींद में गाफिल सोते हैं, उपदेश से उनको जगा देंगे। Let's pray. आओ प्रार्थना करिए। Father, Lord, God in heaven, पिता परमेश्वर स्वर्गीय पिता, we know that there is nothing more glorious than knowing Jesus. ਇਸ ਤੋਂ ਵੱਡੀ ਮਹਿਮਾ ਵਾਲੀ ਗੱਲ ਹੋਰ ਕੋਈ ਨਹੀਂ ਹੈਗੀ ਕਿ ਅਸੀਂ ਪ੍ਰਭੂ ਯੀਸ਼ੂ ਮਸੀਹ ਨੂੰ ਜਾਣੀਏ, Having eternal life, ਸਦੀਵਕ ਜੀਵਨ ਪਾਉਣਾ, knowing peace with God, ਪ੍ਰਭੂ ਦੇ ਨਾਲ ਆਪਣਾ ਸ਼ਾਂਤੀ ਕਰਨੀ, having satisfaction in our soul, ਸਾਡੀ ਜ਼ਿੰਦਗੀਆਂ ਵਿੱਚ ਤ੍ਰਿਪਤਤਾ ਆਵੇ। knowing that the Lord is our shepherd, ਪ੍ਰਭੂ ਯੀਸ਼ੂ ਮਸੀਹ ਸਾਡਾ ਚਰਵਾਹਾ ਹੈ। knowing that you are with us through the storms of life, ਜ਼ਿੰਦਗੀ ਦੇ ਤੂਫਾਨਾਂ ਵਿੱਚ ਪ੍ਰਭੂ ਤੁਸੀਂ ਸਾਡੇ ਨਾਲ ਹੈਗੇ ਆ। having fellowship with the living God. ਜ਼ਿੰਦਾ ਖੁਦਾ ਦੇ ਨਾਲ ਸੰਗਤੀ ਕਰਨੀ, There's nothing more valuable in life. ਇਸ ਤੋਂ ਜ਼ਿਆਦਾ ਜ਼ਿੰਦਗੀ ਵਿੱਚ ਕੀਮਤੀ ਚੀਜ਼ ਹੋਰ ਕੋਈ ਨਹੀਂ ਹੈਗੀ। That we have experienced a love that cannot be compared to anything. ਅਸੀਂ ਉਸ ਪਿਆਰ ਦਾ ਤਜਰਬਾ ਚੱਖਿਆ ਹੈਗਾ ਜਿਹਦੇ ਬਰਾਬਰ ਹੋ ਕੋਈ ਪਿਆਰ ਨਹੀਂ ਹੈਗਾ ਦੁਨੀਆ ਦਾ, The love of Christ. ਪ੍ਰਭੂ ਯੀਸ਼ੂ ਮਸੀਹ ਦਾ ਪਿਆਰ। And therefore, Lord, we are called, ਇਸ ਕਰਕੇ ਪ੍ਰਭੂ ਅਸੀਂ ਸੱਦੇ ਗਏ ਆ Lord, to trust Him. ਕਿ ਉਹ 'ਚ ਅਸੀਂ ਭਰੋਸਾ ਰੱਖੀਏ। But Lord, we know there's a cost involved. ਸਾਨੂੰ ਪਤਾ ਇਹਦੀ ਕੀਮਤ ਦੇਣੀ ਪੈਂਦੀ ਸਾਨੂੰ। It means putting Him first in everything. ਹਰ ਚੀਜ਼ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਨੂੰ ਪਹਿਲਾ ਦਰਜਾ ਦੇਣਾ, ਮੋਹਰੇ ਰੱਖਣਾ। At any cost to ourselves, ਸਾਨੂੰ ਕੋਈ ਵੀ ਕੀਮਤ ਚੁਕਾਉਣੀ ਪਵੇ ਬੇਸ਼ੱਕ, so that He may have the preeminence ਕਿ ਪ੍ਰਭੂ ਯੀਸ਼ੂ ਮਸੀਹ ਪਹਿਲਾ ਦਰਜਾ, ਅਵਲ ਦਰਜਾ ਰਖਾਵੇ, and may be glorified in our living and also in our dying. ਸਾਡੇ ਜੀਣ ਦੇ ਦੁਆਰਾ, ਸਾਡੀ ਮੌਤ ਦੇ ਦੁਆਰਾ ਪ੍ਰਭੂ ਯੀਸ਼ੂ ਮਸੀਹ ਦਾ ਨਾਂ ਉੱਚਾ ਕੀਤਾ ਜਾਵੇ। Teach us, Lord, this morning ਪ੍ਰਭੂ ਅੱਜ ਸਵੇਰੇ ਸਾਨੂੰ ਸਿਖਾਓ to be His disciple ਕਿ ਅਸੀਂ ਉਹਦੇ ਚੇਲੇ ਬਣੀਏ, and follow Him. ਉਹਦੇ ਮਗਰ ਚੱਲੀਏ। Amen. ਆਮੀਨ। Thank you for listening to this message. For further information, visit www.emmanuelhansworth.org.uk.